ਇਹਦਾ ਨਾਂ ਦਿੱਲੀ ਅੰਮ੍ਰਿਤਸਰ ਕੱਟੜਾ ਹੋਵੇ ਤੇ ਅੰਮ੍ਰਿਤਸਰ ਗੁਰੂ ਦੀ ਨਗਰੀ ਨੂੰ ਵਿੱਚੋਂ ਬਾਹਰ ਕੱਢਦੇ ਇੰਨੀ ਕਿਸੇ ਦੀ ਜ਼ਰੂਰਤ ਹੈ ਹੀ ਨਹੀਂ ਜੀ। ਤੇ ਇਹ ਹਾਈਵੇ ਆਪਣਾ ਐਕਸਪ੍ਰੈਸ ਵੇ ਜਿਹੜਾ ਇਹ ਬੰਦਾ ਤੇ ਉਹਦੇ ਨਾਲ 4 ਘੰਟੇ ਦਾ ਰਸਤਾ ਰਹਿ ਜਾਂਦਾ ਜੇ ਤੇ ਦਿੱਲੀ ਤੋਂ ਦਿੱਲੀ ਅਪ ਡਾਊਨ ਕਰਨਾ ਵੀ ਕੋਈ ਔਖਾ ਨਹੀਂ ਰਹਿ ਜਾਂਦਾ। ਇਹ ਹਾਲੇ ਏਰੀਆ ਇਹ ਹਾਲੇ ਤਿਆਰ ਹੁੰਦਾ ਪਿਆ ਸੀ। ਬਾਕੀ ਨਕਸ਼ਾ ਤੇ ਲੋਕਾਂ ਨੇ ਪਹਿਲਾਂ ਰੌਲਾ ਪਾਤਾ ਇਸੇ ਡਾਊਟ ਦੇ ਵਿੱਚ ਅੰਮ੍ਰਿਤਸਰ ਕੱਟਿਆ ਗਿਆ ਸੀ। ਇਸ ਕਰਕੇ ਮੈਂ ਕੌਨਫੀਡੈਂਸ ਨਾਲ ਇਹ ਕਹੀ ਵੀ ਇਹ ਸੀਗਾ ਹੈ ਤੇ ਰਹੂਗਾ। ਮੇਰਾ ਸੁਭਾਅ ਕੰਮ ਕਰਨਾ ਜੀ। मेरी स्पीड ना किसी वेले किसी की स्पीड ना रले तो मेरा कोई ਉਹਦੇ ਚ ਕਸੂਰ ਨਹੀਂਗਾ। नमस्कार दोस्तों, मैं राजेश अरोड़ा प्रोग्राम आओ कुछ बात करें। जिस तरह कि तुम जानते हो कि इस प्रोग्राम च ਅਸੀਂ हर बार एक नवी शख्सियत ਤੁਹਾਨੂੰ ਬੁਲਾਉਂਦੇ ਹਾਂ। ਸੋ ਅੱਜ ਦੇ ਸਾਡੇ ਮਹਿਮਾਨ भाजपा ਦੇ तेज तर्कार नेता ਸਾਬਕਾ ਮੰਤਰੀ अनिल जोशी ਨੇ। ਉਹਨਾਂ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲੇ ਤੇ ਗੱਲ ਉਹਨਾਂ ਨਾਲ ਹੋਏਗੀ एक्सप्रैस हाईवे ਨੂੰ ਲੈ ਕੇ, फिर उन्होंने राजनीतिक जीवन बारे और कुछ होर गल्लां भी। तो सब तो पहले तो स्टूडियो में आते तो मैं अपने वालों अपनी टीम वालों बहुत बहुत तुहाडा स्वागत करता जी। बहुत धन्यवाद जी, सबनों नमस्कार। कल दिल्ली सी जो सब तुसी और बड़ा एक महत्वपूर्ण बैठक सी जिहदे विच तुसी हिस्सा लिया। जिहड़ी एक्सप्रैस हाईवे ਨੂੰ ਲੈ ਕੇ गुरु नगरी ਨੂੰ कदी बाहर कटना कदी अंदर शामिल करना, ये ਜਿਹੜਾ सिलसिला चलता ਪਿਆ ਸੀ ਕੱਲ ਤੇ ਉਹਨੂੰ ਮੈਨੂੰ ਲੱਗਦਾ ਵਿਰਾਮ ਮਿਲ ਗਿਆ। ਉਹਦੇ ਬਾਰੇ ਜਰਾ ਖੁਲਾਸਾ ਦੱਸੋ, ਕੱਲ ਕੀ ਮੀਟਿੰਗ ਹੋਈ ਤੇ ਉਸ ਤੋਂ ਪਹਿਲੇ ਇਹ ਕਿਸ ਤਰ੍ਹਾਂ ਸ਼ੁਰੂ ਹੋਇਆ ਕੰਮ? देखो रोड़ा जी, मैं 7 ਤਰੀਕ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਮੈਂ ਉਹਦੇ 'ਚ ਵੀ ਇਹ ਲੋਕਾਂ ਦਾ ਸ਼ੰਕਾ ਜਿਹੜਾ ਵਾ ਉਹ ਕੱਢਣ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਦੀ ਨਗਰੀ ਨੂੰ ਕੋਈ ਬਾਹਰ ਕੱਢ ਰਿਹਾ। मैं तो ये कहूँगा कि मेरा नहीं ख्याल कोई ऐसा बंदा पोलिटिकल लाइफ के पैदा होया अज तक जोड़ा कि इस हाईवे का नाम इस एक्सप्रैस वे का नाम दिल्ली अंमृतसर कटड़ा होवे ते अंमृतसर गुरु की नगरी में बाहर कढ़ते इन्नी किसी की जरूरत है ही नहीं जी। मैं यही गल उस दिन भी कही सी। अधूरी गल अधूरे काम दे विच रौला पै गया, एक दूजे दे नाल होड़ लग गई क्रैडिट लैण दी ਜਾਂ ਇਸ ਗੱਲ ਨੂੰ ਉਠਾਉਣ ਦੀ ਤੇ ਉਹਦੇ 'ਚ ਇਹ ਸਾਰੀਆਂ ਸ਼ੰਕਾਵਾਂ ਲੋਕਾਂ ਦੇ ਮਨਾਂ ਦੇ ਵਿੱਚ ਪਈਆਂ ਵੀ ਗੁਰੂ ਦੀ ਨਗਰੀ ਨਾਲ ਧੱਕਾ ਹੋ ਜਾ। ਇੱਕ ਪੋਲੀਟੀਕਲ ਬੰਦਾ ਉੱਠ ਕੇ ਇਹ ਕਹਿਣਾ ਸ਼ੁਰੂ ਕਰ ਦੇ, ਕੋਈ ਉੱਥੇ ਜਾ ਕੇ ਪੋਕੜਸਾਰ ਰੱਖ ਲੇ ਆਪਣਾ ਜੱਲਿਆਂ ਵਾਲੇ ਬਾਗ ਦੇ ਬਾਹਰ, ਕੋਈ ਹੋਰ ਵੇਖੇ ਵੀ ਮੈਂ ਰਹਿ ਗਿਆ, ਮੈਂ ਵੀ ਅਖਬਾਰ 'ਚ ਖਬਰ ਦੇਦਾ ਵੀ ਅੰਮ੍ਰਿਤਸਰ ਦੇ ਨਾਲ ਧੱਕਾ ਹੋ ਗਿਆ। ਉਸ ਤੋਂ ਬਾਅਦ ਤੀਜਾ ਉੱਠੂਗਾ, ਉਹਨੂੰ ਵੀ ਜੀ ਕਰੂਗਾ ਵੀ ਮੈਂ ਵੀ ਇਹਦੇ 'ਚ ਕਿਤੇ ਪਿੱਛੇ ਨਾ ਰਹਿ ਜਾ। ਕਿਉਂਕਿ ਪੋਲੀਟੀਕਲ ਲਾਈਫ ਦੇ ਵਿੱਚ ਇੱਕ ਹੋੜ ਹੁੰਦੀ ਹੈ। ਕੋਈ ਇੱਕ ਗੱਲ ਕਰੇ, ਮੁੱਦਾ ਵੱਡਾ ਹੋਵੇ ਤੇ ਕੋਈ ਬੰਦਾ ਇਹ ਨਹੀਂ ਕਹੂਗਾ ਕਿ ਮੈਂ ਪਿੱਛੇ ਰਹਿ ਜਾ, ਭਾਵੇਂ ਉਹਦੇ ਚੋਂ ਕੁਝ ਲੱਭੇ ਭਾਵੇਂ ਨਾ ਲੱਭੇ, ਕੋਈ ਮੁੱਦਾ ਹੋਵੇ ਭਾਵੇਂ ਨਾ ਹੋਵੇ, ਸ਼ਾਮਲ ਹੋਣਾ ਜ਼ਰੂਰੀ ਹੈ। ਸ਼ਾਮਲ ਹੋਣਾ ਜ਼ਰੂਰੀ ਸਮਝਦੇ ਸਾਰੇ, ਇਸ ਕਰਕੇ ਸਾਰੇ ਹੀ ਸ਼ਾਮਲ ਹੋਏ। ਮੈਂ ਪਹਿਲਾਂ ਤੇ ਲੈਟਰ ਮੈਂ ਵੀ ਲਿਖੀ, ਉਸ ਤੋਂ ਬਾਅਦ ਮੈਂ ਕਿਹਾ ਲੈਟਰ ਤੇ ਲੰਬਾ ਪ੍ਰੋਸੈਸ ਹੁੰਦਾ, ਗਡਕਰੀ ਜੀ ਨੂੰ ਲਿਖੀ ਤੇ ਮੈਂ ਕਿਹਾ ਲੰਬਾ ਪ੍ਰੋਸੈਸ ਆ। ਫਿਰ ਮੈਂ ਫੋਨ ਕੀਤਾ ਮਾਨनीय ਸ਼੍ਰੀ ਨਿਤਨ ਗਡਕਰੀ ਜੀ ਨੂੰ, ਜਿਹੜੇ ਮਿਨਿਸਟਰ ਆ ਇਸ ਰੋਡ ਹਾਈਵੇ ਤੇ ਆਪਣਾ ਟਰਾਂਸਪੋਰਟ ਤੇ ਜੀ, ਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ। ਆਂਦੇ ਅਨਿਲ ਜੀ ਕੋਈ ਗੱਲ ਨਹੀਂ ਹੈਗੀ ਇਹਦੇ 'ਚ, ਇਹਦੇ ਕੋਈ ਬਿਲਕੁਲ ਰਿਊਮਰਸ ਹੈਗੀਆਂ ਵਾ, ਹਾਲੇ ਤੇ ਫਾਈਨਲੀ ਨਹੀਂ ਹੋਇਆ ਅੰਮ੍ਰਿਤਸਰ ਵਾਲਾ ਪਾਰਟ ਜੀ। ਉਸ ਤੋਂ ਬਾਅਦ ਮੇਰੇ ਬੜੇ ਪਿਆਰੇ ਮਿੱਤਰ ਆ ਆਪਣਾ ਜਿਹੜੇ ਸਰਦਾਰ ਸੁਖਬੀਰ ਸਿੰਘ ਸੰਧੂ, ਜਿਹੜੇ ਆਪਣਾ NHAI ਦੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਹੈ, ਉਹ ਸਭ ਤੋਂ ਵੱਡੀ ਪੋਸਟ ਆ ਇਸ ਡਿਪਾਰਟਮੈਂਟ ਦੇ ਵਿੱਚ ਜੀ। ਡਾਕਟਰ ਸੁਖਬੀਰ ਸਿੰਘ ਸੰਧੂ IAS ਸੀਨੀਅਰ, ਉਹ ਅਸਲ ਦੇ ਵਿੱਚ ਕੈਡਰ ਉਹਨਾਂ ਦਾ ਹੈਗਾ ਵਾ ਉੱਤਰਾਖੰਡ। ਉਹ ਡੈਪੂਟੇਸ਼ਨ ਤੇ ਸੀਗੇ ਜਦੋਂ ਮੈਂ ਪਹਿਲੀ ਵਾਰੀ MLA ਬਣਿਆ ਸੀ 2007 'ਚ, ਤੇ ਮੇਰੇ ਨਾਲ ਬੜਾ ਉਹਨਾਂ ਦਾ ਕੁਦਰਤੀ ਤੌਰ ਤੇ ਉਹਨਾਂ ਨੇ MBBS ਇੱਥੋਂ ਕੀਤੀ ਆ, MA ਇੱਥੋਂ ਕੀਤੀ ਆ ਆਪਣੀ ਯੂਨੀਵਰਸਿਟੀ ਤੋਂ, ਐਸ ਮੈਡੀਕਲ ਕਾਲਜ ਤੋਂ ਉਹਨਾਂ ਨੇ MBBS ਕੀਤੀ। ਉਸ ਤੋਂ ਬਾਅਦ IAS ਬਣ ਗਏ ਉਹ। ਨਜ਼ਦੀਕੀਆਂ ਮੇਰਾ ਨਜ਼ਦੀਕੀ ਤੇ ਮੇਰੀ ਜਿਹੜਾ ਡਿਪਾਰਟਮੈਂਟ 'ਚ ਜਦੋਂ ਮੈਂ ਆਪਣਾ MLA ਬਣਿਆ, ਮੈਂ ਇਹ ਗੰਦਾ ਨਾਲਾ ਜਿਹੜਾ ਪੂਰਾ ਕਰਕੇ ਸੜਕ ਬਣਾਈ ਹੈ ਜਿਹੜੀ ਪੌਣੇ 3 ਕਿਲੋਮੀਟਰ ਦੀ, ਉਦੋਂ ਪਹਿਲਾਂ ਸੀਵਰੇਜ ਦਾ ਮੈਟਰ ਸੀ। ਤੇ ਜਦੋਂ ਮੈਂ ਪ੍ਰੋਜੈਕਟ ਸ਼ੁਰੂ ਕੀਤਾ, ਪਾਸ ਕਰਾਇਆ ਬਾਦਲ ਸਾਹਿਬ ਕੋਲ, ਤੇ PIDB ਕੋ ਫੰਡਿੰਗ ਹੋਣੀ ਸੀ ਉਹਦੀ, ਤੇ ਮੈਂ ਤਕਰੀਬਨ 10 ਕਰੋੜ 20 ਲੱਖ ਰੁਪਇਆ ਉਹਨਾਂ ਕੋਲੋਂ, ਉਹ ਉਸ ਵੇਲੇ MD ਸੀਗੇ, ਮੈਂ ਉਹਨਾਂ ਕੋਲ 10 ਕਰੋੜ 20 ਲੱਖ ਲਿਆਇਆ
ਤੇ ਗੁਰੂ ਦੀ ਨਗਰੀ ਕਰਕੇ ਹੋਰ ਕੋਈ ਪ੍ਰੋਜੈਕਟ ਜਿਹੜਾ ਵਾ ਉਹ ਪਿੱਛੇ ਰਹਿ ਜਾਂਦਾ ਸੀ ਜੀ। ਕਿਉਂਕਿ ਬਹੁਤ ਸਾਰੇ ਪ੍ਰੋਜੈਕਟ ਚੱਲਦੇ ਜਿਨ੍ਹਾਂ ਦੇ ਪੈਸੇ ਜਿਹੜੇ ਆ ਉਹ ਜਦੋਂ ਯੂਸੀ ਆ ਜਾਂਦਾ ਉਹਨਾਂ ਨੂੰ ਦੁਬਾਰਾ ਉਹ ਅੱਗੇ ਦੇਣੇ ਹੁੰਦੇ ਆ। ਵੀ ਜਿਸ ਤਰ੍ਹਾਂ ਜੇ ਕਰੋੜ ਰੁਪਏ ਗੰਦੇ ਨਾਲੇ ਵਾਸਤੇ ਆਇਆ, ਇਹਦਾ ਯੂਸੀ ਚੱਲ ਗਿਆ, ਉਸ ਤੋਂ ਬਾਅਦ ਅਗਲਾ ਕਰੋੜ 2 ਕਰੋੜ ਆਉਣਾ, ਜਿਹੜਾ ਜਿਉਂ ਕੰਮ ਦੀ ਪ੍ਰੋਗਰੈਸ ਆਉਂਦੀ ਆ ਉਸ ਤਰ੍ਹਾਂ ਹੀ ਪੈਸੇ ਆਉਂਦੇ ਆ। ਹੋਰ ਕਿਸੇ ਪੰਜਾਬ ਦੇ ਵਿੱਚ ਪ੍ਰੋਜੈਕਟ ਨੂੰ ਉਹਨਾਂ ਨੇ ਖਿਲਾਰ ਲਿਆ ਹੋਊਗਾ, ਰੋਕ ਲਿਆ ਹੋਊਗਾ, ਪਰ ਉਹਨਾਂ ਨੇ ਮੇਰੇ ਇਸ ਗੁਰੂ ਦੀ ਨਗਰੀ ਹੋਣ ਕਰਕੇ ਇੱਕ ਮੇਰੀ ਲਗਨ ਨੂੰ ਵੇਖਦਿਆਂ ਇੱਕ ਕੁਦਰਤੀ ਅੰਮ੍ਰਿਤਸਰ ਨਾਲ ਅਟੈਚ ਸੀ। ਮੈਂ ਅੰਮ੍ਰਿਤਸਰ ਤੋਂ MLA ਸੀ ਜੀ। ਉਹਨਾਂ ਨੇ ਮੇਰੀ ਬੜੀ ਸਪੋਰਟ ਕੀਤੀ ਉਦੋਂ, ਤੇ MLA ਤੇ ਬਹੁਤ 117 ਵਾ ਇੱਥੇ ਕੰਮ ਕਰਨ ਦਾ ਆਪਣਾ ਆਪਣਾ ਤਰੀਕਾ ਵਾ। ਜਦੋਂ ਮੈਂ ਕਿਸੇ ਕੰਮ ਨੂੰ ਕਰਦਾ ਸੀ ਤੇ ਮੇਰੇ ਬਿਲਕੁਲ ਮਾਈਂਡ 'ਚ ਕੰਮ ਤੋਂ ਇਲਾਵਾ ਕੁਛ ਨਹੀਂ ਸੀ ਹੁੰਦਾ। ਤੇ 2007 ਦੇ ਵਿੱਚ ਵੀ ਮੈਂ ਤਾਂ ਕਹੂੰਗਾ ਮੈਂ ਮਿਨਿਸਟਰ ਨੂੰ ਵੱਧ ਕੰਮ ਕੀਤਾ ਹੈ। ਤਦ ਹੀ ਦੂਸਰੀ ਵਾਰੀ ਜਦੋਂ ਮੈਂ 2012 'ਚ ਲੜਿਆ ਤੇ ਮੈਨੂੰ ਪਹਿਲਾਂ ਨਾਲੋਂ ਡਬਲ ਵੋਟਾਂ ਪਈਆਂ ਤੇ ਮੈਂ ਉਦੋਂ ਜਿਹੜਾ ਵਾ ਜਿੱਤ ਕੇ ਮਿਨਿਸਟਰ ਬਣਿਆ। ਮੇਰੀ ਪਾਰਟੀ ਨੇ ਮੈਨੂੰ ਮਿਨਿਸਟਰ ਬਣਾਇਆ ਤੇ ਇਹੀ ਕੰਮ ਸੀ, ਕਾਰਨ ਸੀ। ਇਹ ਉਦੋਂ ਤੋਂ ਮੇਰਾ ਪਿਆਰ ਰਿਹਾ। ਫਿਰ ਉੱਤਰਾਖੰਡ ਚਲ ਗਏ, ਫਿਰ ਮੈਂ ਕਦੀ ਕਿਤੇ ਮਸੂਰੀ ਗਿਆ, ਉਹਨਾਂ ਨੇ ਮੇਰੇ ਨਾਲ ਮਿਲਿਆ ਉਦੋਂ ਵੀ ਆ ਕੇ। ਮੇਰੇ ਨਾਲ ਉਹਨਾਂ ਦਾ ਲਾਇਸੈਂਸ ਰਿਹਾ, ਫੋਨ ਦੇ ਉੱਤੇ ਪ੍ਰੇਮ ਪਿਆਰ ਰਿਹਾ, ਗੱਲਬਾਤ ਚੱਲਦੀ ਰਹੀ। ਫਿਰ ਉਹ ਹੌਲੀ ਹੌਲੀ ਉੱਥੇ ਚਲ ਗਏ। ਅੱਜ ਮੈਂ MLA ਤੇ ਨਹੀਂ ਗਾ, ਪਰ ਪਿਆਰ ਜਿਹੜਾ ਵਾ ਉਹ ਤੇ ਜਦੋਂ ਇੱਕ ਵਾਰੀ ਜਦੋਂ ਕਿਸੇ ਇੱਕ ਬੰਦੇ ਦੇ ਦੂਜੇ ਦੇ ਨਾਲ ਸਾਂਝ ਬਣ ਜੇ ਤੇ ਉਹ ਕਿੱਥੇ ਟੁੱਟਦੀ ਆ। ਉਹ ਬਹੁਤ ਵਧੀਆ ਇਮਾਨਦਾਰ ਵਧੀਆ ਆਫਿਸਰ ਆ, ਤਦ ਹੀ ਐਡੀ ਵੱਡੀ ਪੋਸਟ ਤੇ ਮੋਦੀ ਸਰਕਾਰ ਦੇ ਵਿੱਚ। ਨਹੀਂ ਤੇ ਕੋਈ ਜਿਹੜੇ ਆ ਆਮ ਅਫਸਰ ਦੀ ਉੱਥੇ ਤੁਹਾਨੂੰ ਪਤਾ ਵਾ ਕੋਈ 19-21 ਵੀ ਦਾਗ ਹੋਵੇ ਤੇ ਉਹਦੀ ਕੋਈ ਦਾਲ ਨਹੀਂ ਗਲਦੀ। ਤੇ ਉਹ ਐਡੇ ਵੱਡੀ ਪੋਸਟ ਤੇ ਜੇ ਹੈਗੇ ਆ ਤੇ ਉਹਨਾਂ ਦੀ ਇਮਾਨਦਾਰੀ, ਉਹਨਾਂ ਦੀ ਮਿਹਨਤ ਜਿਹੜੀ ਆ ਉਹਦੇ ਪਿੱਛੇ ਬੋਲਦੀ ਆ। ਉਹਨਾਂ ਦੇ ਨਾਲ ਮੇਰੀ ਗੱਲ ਹੋਈ, ਉਹਨਾਂ ਨੇ ਵੀ ਕਿਹਾ ਆਂਦੇ ਹਲੇ ਇਹ ਫਾਈਨਲ ਨਹੀਂ ਹੋਇਆ, ਇਹ ਅਸੀਂ ਪਾਰਟ ਫਾਈਨਲ ਕਰਦੇ ਪਏ। ਅਸਲ ਦੇ ਵਿੱਚ ਲੋਕੀ ਜਿਹੜਾ ਨਾ ਉਹਨੂੰ ਇੱਕ ਇਹਨਾਂ ਨੇ ਜਦੋਂ ਇਹ ਹਾਈਵੇ ਜਿਹੜਾ ਨਕੋਦਰ ਤੋਂ ਜਲੰਧਰ ਤੇ ਕਰਤਾਰਪੁਰ ਤੇ ਕਰਤਾਰਪੁਰ ਤੋਂ ਅੱਗੇ ਗੁਰਦਾਸਪੁਰ ਵਾਲਾ ਇੱਕ ਜਿਹੜਾ ਪਾਰਟ ਰਿਹਾ ਨਾ, ਉਹ ਇਸ ਤਰ੍ਹਾਂ ਵੀ ਜਦੋਂ ਇਹ ਡਾਕਟਰ ਜਤਿੰਦਰ ਸਿੰਘ ਜਿਹੜੇ ਉੱਥੋਂ ਹੈਗੇ ਆਪਣਾ ਕਟੜੇ ਤੋਂ MP ਆ ਉਦਮਪੁਰ ਤੋਂ, ਉਹ ਮਿਨਿਸਟਰ ਆ PMO ਦੇ ਵਿੱਚ, ਪਿਛਲੀ ਵਾਰੀ ਮਿਨਿਸਟਰ ਸੀ। ਉਹਨਾਂ ਨਾਲ ਮੇਰਾ ਬੜਾ ਪਿਆਰ। ਪਹਿਲੀ ਵਾਰੀ ਤੇ ਉਹਨਾਂ ਨੇ ਹੀ ਅਨਾਉਂਸ ਕੀਤਾ ਸੀ ਸਟੇਜ ਦੇ ਤੋਂ ਦੁਸਹਿਰੇ ਤੇ। ਅਸੀਂ 2 ਸਾਲ ਪਹਿਲਾਂ ਉਹਨਾਂ ਨੂੰ ਬੁਲਾਇਆ ਸੀ। ਉਸ ਤੋਂ ਪਹਿਲੀ ਵਾਰੀ ਉਹਨਾਂ ਨੇ ਇਹ ਪ੍ਰੋਜੈਕਟ ਅਨਾਉਂਸ ਕੀਤਾ ਸੀ। ਹਾਲੇ ਕਿ ਉਸ ਤੋਂ ਪਹਿਲਾਂ ਇਹ ਸਾਡੀ ਸਰਕਾਰ ਸੀ ਜਦੋਂ ਆਪਣਾ 2012 ਤੋਂ 17 ਵਾਲੀ, ਉਹਦੇ 'ਚ ਇਹ ਪ੍ਰੋਜੈਕਟ ਜਿਹੜਾ ਵਾ ਉਹ ਅਪਰੂਵ ਹੋਇਆ ਸੀ ਤਕਰੀਬਨ 2000 ਮੇਰਾ ਖਿਆਲ 16 ਦੇ ਗੇਟਸ ਜਾਂ 14 'ਚ। ਤੇ ਉਸ ਵੇਲੇ ਜਦੋਂ ਇਹ ਸਾਰੇ ਸੜਕਾਂ ਦੇ ਹਾਈਵੇਜ਼ ਦੇ ਜਿਹੜੇ ਪ੍ਰੋਜੈਕਟ ਸੁਖਬੀਰ ਜੀ ਨੇ ਉਹਨਾਂ ਦੇ ਸਾਹਮਣੇ ਰੱਖੇ ਤੇ ਨਾਲ ਉਹਨਾਂ ਨੇ ਕਿਹਾ, ਉਹਨਾਂ ਦੇ ਮਨ ਆਪਸ 'ਚ ਗੱਲ ਹੋਈ ਵੀ ਇੱਕ ਅੰਮ੍ਰਿਤਸਰ ਤੋਂ ਸਿੱਧਾ ਐਕਸਪ੍ਰੈਸ ਵੇ ਜਿਹੜਾ ਵਾ ਉਹ ਆਪਾਂ ਦਿੱਲੀ ਤੱਕ ਜਿਹੜਾ ਵਾ ਤੁਹਾਨੂੰ ਪੰਜਾਬ ਵਾਲਿਆਂ ਨੂੰ ਦਿੰਦੇ ਆ। ਵੀ ਅੰਮ੍ਰਿਤਸਰ ਕਿਉਂਕਿ ਇੱਕ ਟੂਰਿਸਟ ਦਾ ਬੜਾ ਵੱਡਾ ਸਾਡੇ ਕੋਲ ਹੱਬ ਹੈ, ਟੂਰਿਸਟ ਦੀ ਇੱਕ ਟੂਰਿਸਟ ਦਾ ਮੱਕਾ ਵਾ ਗੁਰੂ ਦੀ ਨਗਰੀ। ਪੂਰੀ ਦੁਨੀਆ 'ਚ ਸਭ ਤੋਂ ਵੱਧ ਮੇਰਾ ਖਿਆਲ ਟੂਰਿਸਟ ਇਸ ਜਗ੍ਹਾ ਤੇ ਆਉਂਦਾ। ਉਸੇ ਲਗਨ ਨਾਲ ਪੰਜਾਬ ਸਰਕਾਰ ਨੇ ਵੀ ਇੱਥੇ ਡਿਵੈਲਪਮੈਂਟ ਕੀਤੀ, ਉਹਦੇ ਨਾਲ ਟੂਰਿਸਟ ਹੋਰ ਡਬਲ ਹੋ ਗਿਆ। ਤੇ ਇਹ ਜੇ ਇਹ ਹਾਈਵੇ ਆਪਣਾ ਐਕਸਪ੍ਰੈਸ ਵੇ ਜਿਹੜਾ ਇਹ ਬੰਦਾ ਤੇ ਉਹਦੇ ਨਾਲ 4 ਘੰਟੇ ਦਾ ਰਸਤਾ ਰਹਿ ਜਾਂਦਾ ਜੇ। ਤੇ ਦਿੱਲੀ ਤੋਂ ਦਿੱਲੀ ਅਪ ਡਾਊਨ ਕਰਨਾ ਵੀ ਕੋਈ ਔਖਾ ਨਹੀਂ ਰਹਿ ਜਾਂਦਾ। ਲੇਕਿਨ ਮੈਂ ਕੱਲ ਗਿਆ 5 ਵਜੇ ਗਿਆ, ਰਾਤੀ 10 ਵਜੇ ਘਰ ਸੀ, ਮੀਟਿੰਗ ਵੀ ਕੀਤੀ, ਰਾਹ ਦੇ ਵਿੱਚ ਖਾਣਾ ਵਗੈਰਾ ਆਉਂਦਿਆਂ ਜਾਂਦਿਆਂ ਵੀ ਰੁਕੇ ਤੇ 10 ਵਜੇ ਰਾਤੀ ਘਰ ਸੀ ਦਿੱਲੀ ਤੋਂ। ਤੇ ਜਦੋਂ ਇਹ ਬਣ ਗਿਆ ਫਿਰ ਤੇ ਮਤਲਬ ਜਿਹੜਾ ਵਾ ਅੱਧਾ ਟਾਈਮ ਬਚ ਜਾਣਾ। ਇਸ ਕਰਕੇ ਇਹ ਟੂਰਿਸਟ ਵਾਸਤੇ, ਟੂਰਿਜ਼ਮ ਵਾਸਤੇ ਜਿਹੜਾ ਬਹੁਤ ਵੱਡਾ ਮੀਲ ਦਾ ਪੱਥਰ ਸਾਬਤ ਹੋਣ ਵਾਲਾ। ਤੇ ਉਹਨਾਂ ਨੇ ਇਹ ਆਪਣੀ ਉਦੋਂ ਇੱਛਾ ਜ਼ਾਹਰ ਗਡਕਰੀ ਜੀ ਨੇ ਵੀ ਕੀਤੀ ਤੇ ਉਸ ਵੇਲੇ ਇਹਦਾ ਪ੍ਰਪੋਜ਼ਲ ਬਣੀ ਸਾਰੀ। ਉਸ ਤੋਂ ਬਾਅਦ ਡਾਕਟਰ ਜਤਿੰਦਰ ਸਿੰਘ ਜੀ ਇਹਨੂੰ ਵੀ ਵੈਸ਼ਨੋ ਦੇਵੀ ਵੀ ਨਾਲ ਜੁੜ ਜੇ ਤੇ ਦਿੱਲੀ, ਅੰਮ੍ਰਿਤਸਰ, ਵੈਸ਼ਨੋ ਦੇਵੀ, ਕਟੜਾ। ਤੇ ਉਹ ਡਾਕਟਰ ਜਤਿੰਦਰ ਸਿੰਘ ਜੀ ਨੇ ਮਿਹਨਤ ਕੀਤੀ। ਇਹ ਹਕੀਕਤ ਦੇ ਵਿੱਚ ਜ਼ਮੀਨ ਤੇ ਆਇਆ ਪ੍ਰੋਜੈਕਟ। ਤੇ 2 ਸਾਲ ਪਹਿਲਾਂ ਤੁਹਾਨੂੰ ਦੱਸਿਆ ਦੁਸਹਿਰੇ ਦੇ ਸਟੇਜ ਤੇ ਉਹਨਾਂ ਨੇ ਅਨਾਉਂਸ ਕੀਤਾ ਸੀ। ਤੇ ਉਸ ਤੋਂ ਬਾਅਦ ਆਪਣਾ ਸਮਝ ਲਓ ਵੀ ਇਹ ਗੱਲ ਚੱਲਦੀ ਉੱਧਰ ਵੀ ਐਕੁਜੀਸ਼ਨ ਹੋ ਗਈ, ਇੱਧਰ ਵੀ। ਇੱਥੇ ਜਿਹੜਾ ਉਹਨਾਂ ਨੇ ਜਦੋਂ ਡਾਕਟਰ ਜਤਿੰਦਰ ਸਿੰਘ ਨੇ ਇਹਨਾਂ ਨੇ ਇੱਕ ਪ੍ਰਪੋਜ਼ਲ ਬਣਾਈ ਵੀ ਇਹ ਜਿਹੜਾ ਇੱਥੋਂ ਕਰਤਾਰਪੁਰ ਤੋਂ ਸਿੱਧਾ ਗੁਰਦਾਸਪੁਰ ਕਰ ਦਈਏ। ਜਿੰਨਾ ਅੰਮ੍ਰਿਤਸਰ ਆਉਣਾ, ਅੰਮ੍ਰਿਤਸਰ ਦਿੱਲੀ ਸਿੱਧਾ ਰਹਿ ਜੇ। ਉਹ ਖਡੂਰ ਸਾਹਿਬ, ਗੋਇੰਦਵਾਲ, ਮਤਲਬ ਉੱਥੋਂ ਸਮਝ ਲਓ ਇੱਥੋਂ ਨਕੋਦਰ ਤੋਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਸਾਹਿਬ, ਅੰਮ੍ਰਿਤਸਰ। ਤਰਨਤਾਰਨ ਤੋਂ ਵੀ ਥੋੜਾ ਹੀ ਦੂਰ ਰਹਿ ਜਾਣਾ ਕਿਉਂਕਿ ਇਸ ਐਕਸਪ੍ਰੈਸ ਵੇ ਤੋਂ ਕੋਈ 10 ਕਿਲੋਮੀਟਰ, 5 ਕਿਲੋਮੀਟਰ, 7 ਕਿਲੋਮੀਟਰ ਇੱਧਰ ਉੱਧਰ ਹੋਣਾ ਬਾਹਰ ਨਹੀਂਗਾ। ਇਹ ਲਿੰਕ ਰੋਡਸ ਹੀ ਚੜ੍ਹਨੀ ਆ ਉਹਨਾਂ ਉਹਦੇ ਉੱਤੇ। ਤੇ ਉਹ ਜਦੋਂ ਮੇਨ ਤੇ ਚੜ੍ਹ ਗਿਆ ਬੰਦਾ ਫਿਰ ਸਿੱਧਾ ਦਿੱਲੀ। ਤੇ ਇਸ ਕਰਕੇ ਇਹ ਆ ਕਿ ਇਹ ਇੱਕ ਰਿਲੀਜੀਅਸ ਕੋਰੀਡੋਰ ਇੱਕ ਬਣ ਜਾਂਦਾ ਤੇ ਉਧਰ ਵੈਸ਼ਨੋ ਦੇਵੀ। ਤੇ ਇਹ ਸਾਰਾ ਜਿਹੜਾ ਨਾ ਸਿਸਟਮ ਜਿਹੜਾ ਉਹਨਾਂ ਨੇ ਕਿਹਾ ਵੀ ਜਿੰਨੇ ਅੰਮ੍ਰਿਤਸਰ ਨਹੀਂ ਜਾਣਾ
ਉਹਦਾ 40-50 ਕਿਲੋਮੀਟਰ ਵੱਧ ਪੈ ਜਾਣਾ ਇਸ ਇੰਨਾ ਜੇ ਅੰਮ੍ਰਿਤਸਰ ਜਾਣਾ, ਤੇ ਅੰਮ੍ਰਿਤਸਰ ਸਿੱਧਾ ਸੈਸ ਹੋ ਗਿਆ ਜੀ, ਅੰਮ੍ਰਿਤਸਰ ਦਿੱਲੀ, ਤੇ ਇੱਕ ਰੂਟ ਸਿੱਧਾ ਗੁਰਦਾਸਪੁਰ ਨੂੰ ਇੱਥੋਂ ਕੱਢਦੀ ਹੈ ਜੀ। ਉਹ ਵਾਇਆ ਕਿੱਥੋਂ ਕੱਟਿਆ ਜਾਏਗਾ? ਉਹਨਾਂ ਨੇ ਇਹ ਕਰਤਾਰਪੁਰ ਤੋਂ ਗੁਰਦਾਸਪੁਰ ਸਿੱਧਾ ਕੱਢਦਾ। ਇਹ ਹਾਲੇ ਏਰੀਆ ਇਹ ਹਾਲੇ ਤਿਆਰ ਹੁੰਦਾ ਪਿਆ ਸੀ, ਬਾਕੀ ਨਕਸ਼ਾ ਤੇ ਲੋਕਾਂ ਨੇ ਪਹਿਲਾਂ ਰੌਲਾ ਪਾਤਾ ਇਸੇ ਡਾਊਟ ਦੇ ਵਿੱਚ ਵੀ ਅੰਮ੍ਰਿਤਸਰ ਕੱਟਿਆ ਗਿਆ। ਜਿਸ ਪ੍ਰੋਜੈਕਟ ਮੇਰੀ ਗਡਕਰੀ ਜੀ ਨਾਲ ਜਦੋਂ ਗੱਲ ਹੋਈ ਜੀ, ਤੇ ਉਹਦੇ ਨਹੀਂ ਕੋਈ ਅੰਮ੍ਰਿਤਸਰ ਕੱਟਣ ਦਾ ਮਤਲਬ ਇਹਦਾ ਨਾ ਹੀ ਪ੍ਰੋਜੈਕਟ ਦਾ ਜਿਹੜਾ ਕੱਟਣਾ ਅੰਮ੍ਰਿਤਸਰ ਦਿੱਲੀ ਆ ਜਾਂ ਦਿੱਲੀ ਅੰਮ੍ਰਿਤਸਰ ਕੱਟਣਾ, ਤੇ ਅੰਮ੍ਰਿਤਸਰ ਕਿਸ ਤਰ੍ਹਾਂ ਕੱਟਿਆ ਜਾ ਸਕਦਾ ਜੀ। ਤੇ ਉਹਦੇ 'ਚ ਇਹ ਰੌਲਾ ਪਿਆ। ਸਭ ਨੇ ਇਸ ਵਕਤ ਦੀ ਗੰਗਾ 'ਚ ਹੱਥ ਧੋਣ ਦੀ ਕੋਸ਼ਿਸ਼ ਕੀਤੀ, ਪੋਲੀਟੀਕਲ ਗੰਗਾ 'ਚ। ਜੀ ਜੀ। ਮੈਨੂੰ ਫਿਰ ਆਪਣਾ ਵਾਇਸ ਆਫ ਅੰਮ੍ਰਿਤਸਰ ਦੇ ਮੰਚ ਤੇ ਉਹਨਾਂ ਨੇ ਬੁਲਾਇਆ ਜੀ ਆਪਣਾ, ਤੇ ਉਹਦੀ ਇੰਟਰਵਿਊ ਉੱਥੇ ਸਭ ਨੇਤਾਵਾਂ ਦੀ ਹੋਈ ਵੀ ਇਹਦੇ ਬਾਰੇ ਦੱਸੋ। ਤੇ ਮੈਂ ਵੀ ਗਿਆ ਉੱਥੇ, ਮੈਂ ਤੇ ਉਸ ਦਿਨ ਵੀ ਕਿਹਾ, ਮੈਂ ਕਿਹਾ ਇਹ ਅੰਮ੍ਰਿਤਸਰ ਇਹਦੇ ਵਿੱਚ ਸੀਗਾ, ਅੰਮ੍ਰਿਤਸਰ ਇਹਦੇ 'ਚ ਹੈ, ਅੰਮ੍ਰਿਤਸਰ ਰਹੂਗਾ। ਮੇਰੀ ਉਦਣ ਵੀ ਸਟੇਟਮੈਂਟ, ਉਸ ਤੋਂ ਪਹਿਲਾਂ 7 ਤਰੀਕ ਨੂੰ ਮੈਂ ਪ੍ਰੈਸ ਕਾਨਫਰੰਸ ਕੀਤੀ, ਅਖਬਾਰਾਂ ਨੂੰ ਦਿੱਤੀ, ਬਾਈਟ ਦਿੱਤੀ, ਮੀਡੀਆ ਨੂੰ। ਉਦਣ ਵੀ ਇਹੀ ਕਿਹਾ ਸੀ ਅੰਮ੍ਰਿਤਸਰ ਹੈ ਇਹਦੇ 'ਚ, ਅੰਮ੍ਰਿਤਸਰ ਇਹਦੇ 'ਚ ਸੀਗਾ, ਅੰਮ੍ਰਿਤਸਰ ਵਿੱਚ ਰਹੂਗਾ। ਕੱਲ ਇਹਦੇ ਤੇ ਮੋਹਰ ਲੱਗੀ ਵੀ ਅੰਮ੍ਰਿਤਸਰ ਸੀ, ਅੰਮ੍ਰਿਤਸਰ ਹੈ, ਤੇ ਅੰਮ੍ਰਿਤਸਰ ਆ ਮੋਹਰ ਲੱਗੀ ਪੱਕਾ। ਯਾਨੀ ਕਿ ਤੁਹਾਡੀ ਕਈ ਹੋਈ ਜਿਹੜੀ ਹੈ, ਹਾਂਜੀ ਤੁਹਾਡੀ ਕਈ ਹੋਈ ਗੱਲ, ਮੇਰੀ ਗੱਲ ਤੇ ਵੀ ਜਿਹੜੀ ਹੈ ਮੈਨੂੰ, ਕਿਉਂਕਿ ਮੈਂ ਅਥਾਰਟੀਜ਼ ਦੇ ਨਾਲ ਜੁੜਿਆ ਸੀ, ਅਥਾਰਟੀ ਦੇ ਨਾਲ ਮੇਰੀ ਗੱਲ ਹੋਈ, ਚਰਚਾ ਹੋਈ ਪੂਰੀ। ਮੈਂ ਹੁਣ ਉਹ ਗੱਲ ਕੋਡ ਨਹੀਂ ਸੀ ਕਰ ਸਕਦਾ ਆਫੀਸਰਾਂ ਦੀ, ਜਿਹੜੇ ਜਿਨ੍ਹਾਂ ਨੇ ਫੇਥ ਨਾਲ ਆਫ ਦੀ ਰਿਕਾਰਡ ਵੀ ਗੱਲ ਕੋਈ ਕੀਤੀ ਹੋਊਗੀ। ਤੇ ਮੈਂ ਹੁਣ ਮੀਡੀਆ ਦੇ ਸਾਹਮਣੇ ਜਿੰਨਾ ਚਿਰ ਮਿਨਿਸਟਰ ਆਪਣੀ ਮੋਹਰ ਨਹੀਂ ਲਾਉਂਦਾ, ਉਸ ਗੱਲ ਨੂੰ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ। ਇੱਥੋਂ ਇਹ ਜ਼ਾਹਿਰ ਤੇ ਹੋ ਗਿਆ ਕਿ ਤੁਸੀਂ ਇਸ ਪ੍ਰੋਜੈਕਟ ਨਾਲ ਜੁੜੇ ਰਹੇ ਹੋ। ਬਿਲਕੁਲ, ਇਹ ਦੇਖੋ ਜਦੋਂ ਕੋਈ ਗੱਲ ਉੱਠਦੀ ਆ ਅੰਮ੍ਰਿਤਸਰ ਤੋਂ ਆ, ਐਡੇ ਮਨ ਐਡੇ ਦਿਲ ਨਾਲ ਕੰਮ ਕੀਤਾ ਵਾ, ਇਸ ਗੁਰੂ ਦੀ ਨਗਰੀ ਦੀ ਸਮਰਪਿਤ ਹੋ ਕੇ 10 ਸਾਲ ਸੇਵਾ ਕੀਤੀ ਆ। ਉਸ ਤੋਂ ਪਹਿਲਾਂ ਇਲੈਕਸ਼ਨ ਲੜਨ ਤੋਂ ਪਹਿਲਾਂ ਜਿੰਨਾ ਸਮਾਂ ਉਹ ਚਲੋ ਉਹ ਸੰਘਰਸ਼ ਹੁੰਦਾ, ਉਸ ਤੋਂ ਬਾਅਦ 10 ਸਾਲ ਪਾਵਰ 'ਚ ਰਹਿ ਕੇ MLA ਮਿਨਿਸਟਰ ਰਹਿ ਕੇ ਸੇਵਾ ਕੀਤੀ ਆ। ਉਸ ਤੋਂ ਬਾਅਦ ਅੱਜ ਦੀ ਡੇਟ ਤੱਕ ਕੋਈ ਵੀ ਪ੍ਰੋਜੈਕਟ, ਕੋਈ ਵੀ ਗੱਲ ਹੁੰਦੀ ਆ, ਉਹਦੇ ਨਾਲ ਕੰਸਰਨ ਇਹ ਕੁਦਰਤੀ ਆ, ਕਿਉਂਕਿ ਅਸੀਂ ਇਹਨੂੰ ਖੂਨ ਪਸੀਨੇ ਨਾਲ ਇੱਥੋਂ ਦਾ ਇਨਫਰਾਸਟ੍ਰਕਚਰ ਬਣਾਇਆ, ਗੁਰੂ ਦੀ ਨਗਰੀ ਨੂੰ ਸਵਾਰਿਆ, ਗੁਰੂ ਦੀ ਨਗਰੀ ਦਾ ਇਨਫਰਾਸਟ੍ਰਕਚਰ ਵਰਲਡ ਲੈਵਲ ਦਾ ਬਣਾਇਆ, ਯੂਰਪ ਲੈਵਲ ਦਾ ਬਣਾਇਆ, ਤੇ ਇੱਥੇ ਟੂਰਿਸਟ ਵੀ ਵਧਿਆ, ਤੇ ਇੱਥੇ ਲੋਕੀ ਆਣ ਕੇ ਕਹਿੰਦੇ ਸੀ ਯਾਰ ਅੰਮ੍ਰਿਤਸਰ ਤੇ ਯੂਰਪ ਬਣ ਗਿਆ ਹੈ। ਹੁਣ ਇਹਨਾਂ ਨੇ ਜ਼ਰੂਰ ਬਰਬਾਦ ਕਰਤਾ। ਇਸ ਕਰਕੇ ਸਾਡਾ ਇਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਜਿਹੜਾ ਵਾ ਕੋਈ ਗੱਲ ਆਉਂਦੀ ਆ ਤੇ ਚੁਕੰਨੇ ਹੋਣਾ, ਜਾਂ ਉਹਦੀ ਸਟੱਡੀ ਕਰਨਾ, ਜਾਂ ਉਹਦੇ ਬਾਰੇ ਜਾਣਨਾ। ਜੇ ਕੋਈ ਵਾਕਈ ਕੋਈ ਗੱਲ ਹੋ ਰਹੀ ਆ ਉਹਦੇ ਤੇ ਫਿਰ ਮਿਲਣਾ ਜਾਂ ਉਹਨੂੰ ਠੀਕ ਕਰਾਉਣਾ, ਇਹ ਸਾਡੀ ਮੋਰਲ ਡਿਊਟੀ ਆ, ਸਾਡੀ ਅੰਦਰੋਂ ਡਿਊਟੀ ਪ੍ਰਮਾਤਮਾ ਨੇ ਲਾਈ ਆ। ਇਸ ਕਰਕੇ ਮੈਨੂੰ ਵੀ ਚਿੰਤਾ ਸੀ, ਪਰ ਜਦੋਂ ਮੈਂ ਕਈ ਤੇ ਵੇਖੋ ਵੇਖੀ ਗੱਲ ਕਰੀ ਗਏ, ਮੈਂ ਹਰ ਅਥਾਰਟੀ ਦੇ ਨਾਲ ਪ੍ਰੋਪਰ ਗੱਲ ਕੀਤੀ, ਤੇ ਜੋ ਅਸ਼ੋਰੈਂਸ, ਜੋ ਗੱਲ ਮੈਨੂੰ ਮੈਂ ਉੱਥੇ ਐਕਸਪਲੇਨ ਕੀਤੀ। ਹਾਲੇ ਕਿ ਮੈਂ ਇਹ ਨਹੀਂ ਸੀ ਕਹਿ ਸਕਦਾ ਵੀ ਇਹ ਰੂਟ ਜਿੰਨਾ ਚਿਰ ਮੰਤਰੀ ਮੋਹਰ ਨਹੀਂ ਸੀ ਲਾ ਸਕਦਾ, ਪਰ ਮੈਨੂੰ ਇਹਦੇ ਬਾਰੇ ਜਾਣਕਾਰੀ ਸੀ। ਇਸ ਕਰਕੇ ਮੈਂ ਕੌਨਫੀਡੈਂਸ ਨਾਲ ਇਹ ਕਹੀ ਵੀ ਇਹ ਸੀਗਾ, ਹੈ ਤੇ ਰਹੂਗਾ, ਤੇ ਉਹ ਰਹੇਗਾ ਵਾਲਾ ਜਿਹੜਾ ਹੁਣ ਹੈਗਾ ਵਾ, ਮੋਹਰ ਲੱਗ ਗਈ ਗੱਲ। ਇੱਕ ਗੱਲ ਨੈਸ਼ਨਲ ਲੈਵਲ ਤੇ ਜੋ ਤੁਸੀਂ ਦੱਸਿਆ ਵੀ ਜਿਨ੍ਹਾਂ ਦੀ ਸ਼ਮੂਲੀਅਤ ਰਹੀ ਹੈ, ਗਡਕਰੀ ਸਾਹਿਬ, ਪੁਰੀ ਸਾਹਿਬ, ਜਤਿੰਦਰ ਜੀ ਔਰ ਹੋਰ ਵੀ ਜਿਹੜੇ ਲੋਕ ਸੀ, ਲੇਕਿਨ ਲੋਕਲ ਲੈਵਲ ਦੀ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਜੁੜੇ ਰਹੇ ਹੋ, ਕ੍ਰੈਡਿਟ ਤੇ ਬਹੁਤ ਸਾਰੇ ਲੋਕ ਲੈ ਰਹੇ ਨੇ, ਕਿ ਉਹ ਨੇਤਾ ਵੀ ਲੋਕਲ ਲੈਵਲ ਤੇ ਇਸ ਪ੍ਰੋਜੈਕਟ ਦੀ ਜਾਣਕਾਰੀ ਲੈਣ ਵਾਸਤੇ ਜੁੜੇ ਰਹੇ ਨੇ? ਦੇਖੋ ਮੈਨੂੰ ਨਹੀਂ ਪਤਾ ਹੁਣ ਕਿੰਨਾ ਕਿ ਜੇ ਜਾਣਕਾਰੀ ਪ੍ਰੋਪਰ ਉਹਨਾਂ ਨੇ ਇੱਕ ਦੂਜੇ ਨਾਲ ਵੇਖ ਕੇ ਇਹ ਸਾਰੇ ਬਾਈਟ ਜਾਂ ਅਖਬਾਰਾਂ 'ਚ ਧੱਕਾ ਹੋ ਗਿਆ, ਧੋਖਾ ਹੋ ਗਿਆ, ਇਹਨਾਂ ਨੇ ਨਾ ਇਹ ਕਿਹਾ ਹੁੰਦਾ, ਤੇ ਮੈਂ ਸੋਚਦਾ ਵੀ ਇਹਨਾਂ ਨੇ ਬਿਲਕੁਲ ਪ੍ਰੋਪਰ ਅਥਾਰਟੀਜ਼ ਦੇ ਨਾਲ ਗੱਲ ਕੀਤੀ ਆ। ਤੇ ਜਦੋਂ ਇਹ ਮਤਲਬ ਕੋਈ ਗੱਲ ਹੀ ਨਹੀਂ ਸੀ ਹੈਗੀ, ਤੇ ਮੈਂ ਸਮਝਦਾ ਵਾਂ ਵੀ ਕਈ ਵਾਰੀ ਕਈ ਲੋਕ ਤੇ ਇੰਝ ਹੀ ਗੱਲ ਕਰੀ ਗਏ ਆ। ਹੋ ਸਕਦਾ ਕਈਆਂ ਨੇ ਗੱਲ ਕੀਤੀ ਵੀ ਹੋਊਗੀ, ਤੇ ਮੈਂ ਇਹਦੇ 'ਚ ਕੋਈ ਦਰਜਾ ਨਾ ਨਹੀਂ ਲੈਣਾ ਚਾਹੁੰਦਾ, ਪਰ ਮੈਂ ਇਹ ਧੰਨਵਾਦ ਜ਼ਰੂਰ ਕਰਨਾ ਚਾਹੁੰਦਾ ਵਾਂ ਵੀ ਜੇ ਅਗਰ ਕੋਈ ਗੱਲ ਹੁੰਦੀ ਤੇ ਲੋਕਾਂ ਨੇ ਉਸੇ ਵੇਲੇ ਅਵੇਅਰ ਹੋ ਗਏ, ਲੋਕ ਜਾਗਰੂਕ ਹੋ ਗਏ, ਲੋਕਾਂ ਨੇ ਉਹਦੇ ਤੇ ਭਾਵੇਂ ਪਤਾ ਸੀ ਭਾਵੇਂ ਨਹੀਂ ਸੀ ਉਹਦਾ ਰਿਐਕਸ਼ਨ ਜ਼ਰੂਰ ਆਇਆ ਹਰ ਇੱਕ ਬੰਦੇ ਦਾ। ਇਹ ਜਾਗਰੂਕਤਾ ਵੀ ਜ਼ਰੂਰੀ ਆ, ਜ਼ਰੂਰੀ ਨਹੀਂ ਹਰ ਬੰਦਾ, ਆਮ ਬੰਦੇ ਦਾ ਤੁਹਾਡਾ ਵੀ ਰੋਲ ਆ, ਇਹਨਾਂ ਦਾ ਵੀ ਰੋਲ ਆ, ਇਹਨਾਂ ਦਾ ਵੀ ਰੋਲ, ਸਭ ਦਾ ਰੋਲ ਆ, ਹਰ ਨਾਗਰਿਕ ਦਾ, ਹਰ ਵੋਟਰ ਦਾ ਰੋਲ ਆ। ਜਿਹੜੇ ਉਹਨਾਂ ਦੀ ਆਵਾਜ਼ ਹੀ ਜਿਹੜੀ ਆ ਨਾ, ਉਹ ਜਿਹੜੀ ਆ ਸਾਰੀ ਜਿਹੜੀ ਪਾਵਰ ਬਣਦੀ ਆ। ਜੇ ਕੋਈ ਕਿਸੇ ਇਲੈਕਟ ਹੁੰਦਾ ਇਲੈਕਸ਼ਨ ਦੇ ਵਿੱਚ, ਤੇ ਉਹ ਸਭ ਲੋਕਾਂ ਦੀ ਪਾਵਰ ਹੁੰਦੀ ਆ। ਕੋਈ MLA ਬੰਦਾ, ਕੋਈ MP ਬੰਦਾ, ਤੇ ਉਹ ਲੋਕਾਂ ਦੀ ਤਾਕਤ ਨਹੀਂ ਬੰਦਾ।
ਇਹ ਲੋਕਾਂ ਦੀ ਆਵਾਜ਼ ਜਿਹੜੀ ਆ ਉਹੀ ਮਤਲਬ ਜਿਹੜੀ ਆ ਜਿਹੜੇ ਪੋਲੀਟੀਕਲ ਲੋਕ ਉਹਨਾਂ ਨੂੰ ਅਵੇਅਰ ਕਰਦੀ ਆ ਤੇ ਉਹਨਾਂ ਨੂੰ ਮਜਬੂਰ ਕਰਦੀ ਆ ਵੀ ਉਹ ਗੱਲ ਕਰਨ। ਕਈ ਤਾਂ ਦਿਲੋਂ ਤੁਰ ਪੈਂਦੇ ਆ ਜੀ, ਕਈ ਬੰਦੇ ਜਿਹੜੇ ਆ ਉਹ ਵਹਿੰਦੇ ਆ ਵੀ ਵਾਤਾਵਰਨ ਬਣ ਗਿਆ ਇਸ ਕਰਕੇ ਸਾਡੀ ਜ਼ਰੂਰਤ ਹੈ ਹੁਣ, ਜੇ ਨਹੀਂ ਤੁਰੇ ਤੇ ਲੋਕੀ ਕਹਿਣਗੇ ਤੂੰ ਕਿੱਥੇ ਸੀ ਉਸ ਵੇਲੇ। ਜੀ ਜੀ, ਇਸ ਕਰਕੇ ਮੈਂ ਇਹ ਸਭ ਦਾ ਹੀ ਸਭ ਪੋਲੀਟੀਸ਼ੀਅਨ ਦਾ ਇਸ ਗੱਲ ਨੂੰ ਧੰਨਵਾਦ ਕਰਦਾ। ਜੀ। ਬਾਕੀ ਜੇ ਕ੍ਰੈਡਿਟ ਦੀ ਗੱਲ ਕਰੀਏ ਤੇ ਕ੍ਰੈਡਿਟ ਤੇ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਆ ਜੀ, ਸ਼੍ਰੀ ਨਿਤਨ ਗਡਕਰੀ ਜੀ ਨੂੰ ਆ ਜੀ, ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ, ਬਜਾਏ ਇਹ ਕਹਿਣ ਦੀ ਆ ਮੈਂ ਕਰਾਤਾ ਮੈਂ ਕਰਾਤਾ, ਮੈਂ ਐ ਕਿਹਾ ਮੈਂ ਐ ਕਿਹਾ ਮੈਂ ਐ ਕਿਹਾ, ਬੋਰਡ ਲਵਾਉਣ। ਸਭ ਇੱਥੇ ਤੇ ਇੱਥੋਂ ਤੱਕ ਹੋ ਗਈ ਆ ਵੀ ਮੀਟਿੰਗ 'ਚ ਜਿਹੜੇ ਲੋਕ ਹਾਜ਼ਰ ਸੀਗੇ ਉਹਨਾਂ ਦੀ ਫੋਟੋ ਕੱਟ ਕੇ ਆਪਣੀ ਫੋਟੋ ਕੱਲੀ ਪੇਸ਼ ਹੈ। ਹੁਣ ਪਤਾ ਸਭ ਨੂੰ ਪਤਾ ਜੀ, ਉਸ ਮੀਟਿੰਗ ਦੇ ਵਿੱਚ ਸ਼੍ਰੀ ਨਿਤਨ ਗਡਕਰੀ ਜੀ ਸੀਗੇ ਜੀ, ਉਹਨਾਂ ਦਾ ਕੰਸਰਨ ਕਿਉਂਕਿ ਉਹ ਮਿਨਿਸਟਰ ਆ, ਉਹਨਾਂ ਨੇ ਸਭ ਕੁਝ ਅਪਰੂਵ ਕਰਨਾ। ਉਸ ਮੀਟਿੰਗ 'ਚ ਆਪਣਾ ਸ਼੍ਰੀ ਹਰਦੀਪ ਸਿੰਘ ਜੀ ਪੁਰੀ ਸੀ, ਉਹ ਇੱਥੋਂ ਇਲੈਕਸ਼ਨ ਲੜੇ ਆ, ਮਿਨਿਸਟਰ ਆ ਸੈਂਟਰ ਦੇ ਵਿੱਚ। ਉਹਨਾਂ ਦਾ ਅੰਮ੍ਰਿਤਸਰ ਦੇ ਨਾਲ ਕੰਸਰਨ ਆ, ਭਾਵੇਂ ਹਾਰ ਗਏ ਆ ਪਰ ਉਹ ਧਿਆਨ ਰੱਖਦੇ ਪਏ ਆ, ਉਹ ਮੋਨੀਟਰ ਕੀਤਾ ਉਹਨਾਂ ਨੇ ਵੀ ਨਾਲ ਬਹਿ ਕੇ ਉਹਨਾਂ ਨੇ ਵੀ ਕਿਹਾ ਤੇ ਸਭ ਕੁਝ ਪਹਿਲਾਂ कोई गल ही नहीं सी, हो चुका सी। गडकरी जी ने भी कहा कैसे फिर बहुत पॉलिटिक्स हुई इस मुद्दे पे, जबकि बात तो कोई है ही नहीं थी। हैं अमृतसर कैसे निकल सकता है जिसका नाम ही प्रोजेक्ट का दिल्ली अमृतसर कट रहा है, अमृतसर इसमें से बाहर कैसे निकल सकता है? हैं आपां भी आम बंदा भी सोचता यार जिस प्रोजेक्ट का ही नाम आ दिल्ली अमृतसर कट रहा, अमृतसर बाहर निकल के तो फिर कटड़ा ते दिल्ली हो गया, अमृतसर तो रहा ही नहीं। इस करके प्रोजेक्ट का ना ही शुरू तो ਦਿੱਲੀ ਅੰਮ੍ਰਿਤਸਰ ਕਟਰਾ ਸੀ ਤੇ ਇਹੀ ਨਾਮ ਆ ਤੇ ਇਹਦੇ ਚੋਂ ਅੰਮ੍ਰਿਤਸਰ ਨਿਕਲ ਕਿਤਨਾ ਸਕਦਾ। ਉਹਨਾਂ ਨੇ ਵੀ ਕਿਹਾ, ਪੁਰੀ ਸਾਹਿਬ ਸੀ ਉਸ ਮੀਟਿੰਗ 'ਚ ਡਾਕਟਰ ਜਤਿੰਦਰ ਸਿੰਘ ਸੀ ਕਿਉਂਕਿ ਕਟਰਾ ਉਹਨਾਂ ਦੀ ਪਾਰਲੀਮੈਂਟਰੀ ਕਨਸਟੀਟੂਐਂਸੀ 'ਚ ਪੈਂਦਾ। ਉਹਦੇ 'ਚ ਆਪਣਾ ਜਨਰਲ ਵੀਕੇ ਸਿੰਘ ਸੀਗੇ ਕਿਉਂਕਿ ਉਹ ਸਟੇਟ ਮਿਨਿਸਟਰ ਆ ਆਪਣਾ ਗਡਕਰੀ ਜੀ ਦੇ ਡਿਪਾਰਟਮੈਂਟ ਦੇ। ਉਹਦੇ 'ਚ ਸ਼ਵੇਤ ਮਲਿਕ ਜੀ ਸੀਗੇ। ਉਸ ਮੀਟਿੰਗ 'ਚ ਉੱਥੇ ਮੈਂ ਸੀ। ਆਨਲਾਈਨ ਸਾਡੇ ਰਾਸ਼ਟਰੀ ਸਚਿਵ ਸ਼੍ਰੀ ਤਰਨ ਚੁੱਗ ਜੀ ਜੁੜੇ ਆਨਲਾਈਨ ਉਹਨਾਂ ਦਾ ਆਪਣਾ ਮੀਟਿੰਗ ਦੇ ਵਿੱਚ ਹੈ। ਤੇ ਫਿਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਜੁੜੇ, ਕੈਪਟਨ ਅਮਰਿੰਦਰ ਜੀ ਸਾਹਮਣੇ ਨਾਲ ਜੁੜੇ, ਫਿਰ ਆਪਣਾ ਗੁਰਜੀਤ ਸਿੰਘ ਔਜਲਾ ਜੁੜੇ ਹੈ। ਇਹ ਸਾਰੇ ਹੀ ਸੀਗੇ। ਹੁਣ ਆਪਾਂ ਇਹ ਜੇ ਸੋਚੀਏ ਵੀ ਸਾਰਿਆਂ ਦੇ ਜਿਹੜਾ ਵਾ ਤੁਸੀਂ ਮੇਰੀ ਨਿਊਜ਼ ਵੀ ਅਖਬਾਰ 'ਚ ਵੇਖੋ ਸਭ ਦੇ ਨਾਂ ਲਿਖੇ ਆ ਜਿਹੜੀ ਮੈਂ ਆਪਣੇ ਵੱਲੋਂ ਨਿਊਜ਼ ਦਿੱਤੀ ਆ। ਤੇ ਕਈ ਲੋਕ ਸੋਚਦੇ ਆ ਵੀ ਆਪਾਂ ਇਹਦੀ ਫੋਟੋ ਕੱਢ ਦਈਏ ਤੇ ਐਂ ਲੱਗੂ ਕਿ ਮੈਂ ਹੀ ਮੀਟਿੰਗ ਸੀ ਇਕੱਲਾ। ਉਹ ਲੋਕ ਕੋਈ ਇਹਨਾਂ ਨੂੰ ਛੱਡੋ, ਸਭ ਤੁਹਾਨੂੰ ਪਤਾ, ਤੁਸੀਂ ਸਮਝ ਜਾਓਗੇ। ਅਖਬਾਰਾਂ 'ਚ ਨਿਊਜ਼ ਆਈ ਆ, ਸਾਡੇ ਵੱਲੋਂ ਕੋਈ ਐਜ਼ ਇਟ ਇਜ਼ ਇਨ ਬਿਨ ਉਸੇ ਤਰ੍ਹਾਂ ਹੀ ਜਿਹੜੀਆਂ ਖਬਰਾਂ ਗਈਆਂ ਉਸੇ ਤਰ੍ਹਾਂ ਹੀ ਫੋਟੋ ਗਈ ਜੋ ਮੀਟਿੰਗਸ ਦੀ ਫੋਟੋਆਂ ਸੀ, ਜੋ ਸਾਡੇ ਨਾਲ ਜਿਹੜਾ ਖੜਾ ਸੀ। ਤੇ ਇੰਜ ਕਰਕੇ ਸਾਈਟ ਤੋਂ ਕਿਸੇ ਦੀ ਫੋਟੋ ਕੱਟ ਕੇ ਕਿਸੇ ਨੂੰ ਕਿਸੇ ਚੀਜ਼ ਦੇ ਵਿੱਚੋਂ ਬਾਹਰ ਥੋੜੀ ਕੀਤਾ। ਪੋਲਿਟਿਕਸ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਕ੍ਰੈਡਿਟ ਦੀਆਂ, ਪਰ ਕ੍ਰੈਡਿਟ ਲੋਕ ਦਿੰਦੇ ਆ। ਕ੍ਰੈਡਿਟ ਲੋਕਾਂ ਨੇ ਦੇਣਾ ਹੁੰਦਾ, ਕ੍ਰੈਡਿਟ ਲਿਆ ਨਹੀਂ ਜਾ ਸਕਦਾ, ਕ੍ਰੈਡਿਟ ਲੋਕ ਹੀ ਦਿੰਦੇ ਆ, ਲੋਕ ਹੀ ਡਿਸਾਈਡ ਕਰਦੇ। ਹੁਣ ਇਹ ਦੱਸੋ ਕਿਉਂਕਿ ਤੁਸੀਂ ਉੱਥੇ ਸ਼ਾਮਲ ਸੀ, ਸੋ ਤੁਹਾਡੇ ਕੋਲੋਂ ਜਾਣਕਾਰੀ ਪੁਖਤਾ ਮਿਲ ਸਕਦੀ ਹੈ, ਤਿਆਰੀ ਨੂੰ ਕਿੰਨਾ ਟਾਈਮ ਲੱਗੇਗਾ? ਦੇਖੋ ਇਹਦੀ ਲੈਂਡ ਐਕੁਜੀਸ਼ਨ ਜਿਹੜੀ ਆ ਇਹਦੀ ਹੱਲੇ ਹੋਣੀ ਆ। ਉਹਨਾਂ ਨੇ 9 ਤਰੀਕ ਦੀ ਮੀਟਿੰਗ ਕੈਪਟਨ ਸਾਹਿਬ ਨੂੰ ਉਸੇ ਤਰ੍ਹਾਂ ਮਤਲਬ ਉਸੇ ਆਨਲਾਈਨ ਹੀ ਜਦੋਂ ਮੀਟਿੰਗ ਸ਼ਾਮਲ ਸੀ, ਕੈਪਟਨ ਸਾਹਿਬ ਨੂੰ ਗਡਕਰੀ ਜੀ ਨੇ ਕਿਹਾ ਕਿ ਤੁਸੀਂ ਦੱਸ ਦਿਓ ਆਫੀਸਰਸ ਮੇਰੇ ਆ ਜਾਣਗੇ ਡਿਪਾਰਟਮੈਂਟ ਦੇ ਤੇ ਆਪਾਂ ਇੱਕ ਮੀਟਿੰਗ ਰੱਖ ਲਓ ਕਿ ਜਲਦੀ ਤੋਂ ਜਲਦੀ ਤੁਸੀਂ ਲੈਂਡ ਅਕਵਾਇਰ ਕਰਕੇ ਦਿਓ ਸਾਨੂੰ, ਅਸੀਂ ਟੈਂਡਰ ਲਾ ਕੇ ਤੇ ਕੰਮ ਸ਼ੁਰੂ ਕਰਨ ਵਾਲੇ ਬਣੀਏ ਅਸੀਂ ਤੇ ਜਲਦੀ ਚ, ਕਿਉਂਕਿ ਉਧਰਲੀ ਸਾਈਡ ਹੋ ਚੁੱਕਿਆ ਕਟਰਾ ਵਾਲੀ ਸਾਈਡ, ਇੱਧਰ ਹਰਿਆਣਾ ਵਾਲੀ ਸਾਈਡ ਲੈਂਡ ਐਕੁਜੀਸ਼ਨ ਹੋ ਚੁੱਕੀ ਆ ਹੈ। ਪੰਜਾਬ ਦਾ ਵੀ ਉਹ ਮੇਰਾ ਖਿਆਲ ਪਰਲਾ ਜਿਹੜਾ ਸ਼ੁਰੂ ਹੋ ਗਿਆ। ਉੱਥੇ ਹਰਿਆਣਾ 'ਚ ਤੁਹਾਡੀ ਸਰਕਾਰ ਹੈ, ਉਧਰ ਤੁਹਾਡੇ ਮੈਂਬਰ ਪਾਰਲੀਮੈਂਟ ਬਣਨੀ ਤਾਂ ਇਕੱਠੀ ਹੈ, ਜਿੰਨਾ ਚਿਰ ਪੂਰੀ ਸੜਕ ਲੇਟ ਹੁੰਦਾ ਪੰਜਾਬ 'ਚ ਕਿਤੇ ਕਾਰਨ ਹੈ ਤਾਂ ਨਹੀਂ ਕਾਂਗਰਸ ਲੇਟ ਹੋਇਆ? ਲੇਟ ਨਹੀਂ ਹੋਇਆ, ਪ੍ਰੋਜੈਕਟ ਬੰਦੇ ਮਤਲਬ ਟਾਈਮ ਲੱਗਦਾ ਵਾ ਹਰ ਜਿਹੜੀ ਹੈ ਜਦੋਂ ਤੇ ਅੱਛਾ। ਤੇ ਉਹ ਲੈਂਡ ਐਕੁਜੀਸ਼ਨ 9 ਤਰੀਕ ਦੀ ਮੀਟਿੰਗ ਰੱਖੀ ਗਈ ਹੈ, 9 ਨੂੰ ਡਿਸਾਈਡ ਹੋ ਜਾਊਗਾ। ਇਹਨਾਂ ਨੇ ਵੀ ਕਿਹਾ ਕੈਪਟਨ ਸਾਹਿਬ ਨੇ ਅਸੀਂ ਜਲਦੀ ਅਸੀਂ ਜਿਹੜੀ ਹੈ ਲੈਂਡ ਅਕਵਾਇਰ ਕਰ ਦਿੰਦੇ ਕਿਉਂਕਿ ਸੈਂਟਰ ਕੋ ਪੈਸਾ ਪਿਆ ਇਸ ਪ੍ਰੋਜੈਕਟ ਵਾਸਤੇ, ਪੈਸਾ ਦੀ ਕੋਈ ਦਿੱਕਤ ਨਹੀਂ। ਇੱਕ ਹੁੰਦੇ ਨਾ ਪੈਸਾ ਨਹੀਂ ਹੈਗਾ, ਇਸ ਕਰਕੇ। ਤੇ ਗਡਕਰੀ ਜੀ ਦੇ ਕੰਮ ਕਰਨ ਦਾ ਤਰੀਕਾ ਜਿਹੜਾ ਉਹ ਸਭ ਨੂੰ ਪਤਾ ਹੈ। ਜਿਹੜੀ ਬਠਿੰਡਾ ਅੰਮ੍ਰਿਤਸਰ ਬਠਿੰਡਾ ਹਾਈਵੇ ਬਣਿਆ ਹੈ, ਇਹ 2 ਸਾਲ ਦੇ ਮੇਰਾ ਖਿਆਲ ਸਮੇਂ ਦੇ ਵਿੱਚ ਬਣ ਗਿਆ ਐਡਾ ਵੱਡਾ। 5 ਘੰਟੇ ਲੱਗਦੇ ਸੀ ਬਠਿੰਡੇ ਜਾਣ ਨੂੰ ਅੰਮ੍ਰਿਤਸਰੋਂ, ਅੱਜ 2 ਘੰਟੇ 'ਚ ਅਸੀਂ ਬਠਿੰਡੇ ਪਹੁੰਚ ਜਾਂਦੇ ਹਾਂ। ਇਸ ਲੈਵਲ ਦੀਆਂ ਇੰਨੀਆਂ ਕੁ ਸੜਕਾਂ ਦਾ ਜਾਲ ਵਿਛ ਗਿਆ ਵਾ। ਇੱਥੋਂ ਫਗਵਾੜੇ ਤੋਂ ਆਪਣਾ ਰੋਪੜ ਤੱਕ ਜਿਹੜਾ ਪਾਰਟ ਹਾਲੇ ਸਿੰਗਲ ਸੀਗਾ, ਅਸੀਂ ਜਾਂਦੇ ਰਹੇ ਹਾਂ, ਸਾਨੂੰ ਪਤਾ ਕਿੰਨੀ ਕੰਜਸਟਡ ਸੜਕ ਸੀ ਤੇ ਕਿੰਨੀ ਸਪੀਡ 'ਚ ਗੱਡੀਆਂ ਇੱਧਰ ਉੱਧਰ ਪਾਰ। ਫਿਰ ਖਰੜ ਤੋਂ ਲੁਧਿਆਣੇ ਤੱਕ, ਫਿਰ ਚੰਡੀਗੜ੍ਹ ਤੋਂ ਬਠਿੰਡੇ ਤੱਕ, ਇਸ ਤਰ੍ਹਾਂ ਕਰਕੇ ਪੂਰਾ ਜਾਲ ਇਸ ਹਾਈਵੇਜ਼ ਦਾ ਵਿਛ ਗਿਆ ਪੰਜਾਬ ਦੇ ਵਿੱਚ। ਤੇ ਮੈਂ ਕਹੂੰ ਇਨਫਰਾਸਟ੍ਰਕਚਰ ਦੇ ਵਿੱਚ ਪੰਜਾਬ ਅੱਜ ਦੀ ਡੇਟ ਦੇ ਵਿੱਚ 1 ਨੰਬਰ ਤੇ ਆ ਤੇ ਉਹਦਾ ਸਾਰਾ ਕ੍ਰੈਡਿਟ
ਬਾਦਲ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਸਰਕਾਰ ਸੀ 10 ਸਾਲ ਰਹੇ ਅਸੀਂ ਜੀ। ਉਹਨੂੰ ਆ, ਕਿਉਂਕਿ ਸੁਖਬੀਰ ਜੀ ਦਾ ਹਰ ਟਾਈਮ ਦੇ ਉੱਤੇ ਏਜੰਡਾ ਜਿਹੜਾ ਡਿਵੈਲਪਮੈਂਟ ਨੂੰ ਪਹਿਲ ਹੁੰਦੀ ਸੀ ਤੇ ਉਹ ਬੜੇ ਮਤਲਬ ਕੀਨ ਹੁੰਦੇ ਸੀ ਹਰ ਪ੍ਰੋਜੈਕਟ ਵਾਸਤੇ ਵੀ ਇਹਨੂੰ ਕਿੰਨੀ ਜਲਦੀ ਕਰਨਾ, ਇੰਨੀ ਜਲਦੀ। ਜੀ। ਮਤਲਬ ਉਹਨਾਂ ਦੇ ਡਿਵੈਲਪਮੈਂਟ ਦਾ ਉਹਨਾਂ ਦਾ ਮਤਲਬ ਜਿਹੜਾ ਵਾ ਬਹੁਤ ਇੱਛਾ ਹੁੰਦੀ ਸੀ ਵੀ ਇਹ ਜਲਦੀ ਤੋਂ ਜਲਦੀ ਆਪਾਂ ਕੰਪਲੀਟ ਕਰੀਏ ਤੇ ਪ੍ਰੋਜੈਕਟ ਬਣਾ ਕੇ ਸੈਂਟਰ ਕੋ ਜਾਣਾ, ਪੈਸਾ ਲਿਆਉਣਾ, ਇਧਰੋਂ ਆਪਣਾ ਸ਼ੇਅਰ ਪਾਉਣਾ ਤੇ ਕਦੀ ਰੁਕਣ ਨਹੀਂ ਸੀ ਦਿੱਤਾ। ਇਹ ਹੁਣ ਮੇਰਾ ਖਿਆਲ ਇਹਦੇ ਹੱਲੇ ਗੋਇੰਦਵਾਲ ਸੌਰੀ ਆਪਣਾ ਤਰਨਤਾਰਨ ਰੋਡ ਦੇ ਉੱਤੇ ਜਿਹੜਾ ਜੀ। ਇਹਦਾ ਰੇਲਵੇ ਓਵਰਬ੍ਰਿਜ ਬਣਿਆ, ਜੀ। ROB ਬਣਿਆ ਜਿਹੜਾ ਇੱਥੋਂ ਨਹਿਰਾਂ ਤੋਂ ਤਰਨਤਾਰਨ ਰੋਡ ਤੇ, ਉਹ ਕੰਪਲੀਟ ਹੋ ਗਿਆ। ਜੀ। 130 ਕਰੋੜ ਰੁਪਇਆ 100% ਪੈਸਾ ਜਿਹੜਾ ਵਾ ਉਹ ਸੈਂਟਰ ਦਾ ਲੱਗਾ। ਗਡਕਰੀ ਜੀ ਕੋ ਵੀ ਸੁਖਬੀਰ ਜੀ ਲਿਆਏ ਸੀ, ਇਹਦਾ ਮੂਰਤ ਵੀ ਉਦੋਂ ਸਾਡੀ ਸਰਕਾਰ ਸੁਖਬੀਰ ਜੀ ਨੇ ਕੀਤਾ ਸੀ ਤੇ ਉਹ ਕੰਪਲੀਟ ਹੋ ਗਿਆ। ਹੁਣ ਮੂਰਤ ਇਹ ਕਰਨਗੇ ਕ੍ਰੈਡਿਟ ਤੇ ਇਹ ਵੀ ਆਖਣਗੇ ਅਸੀਂ ਲੈਣਾ। ਹੁਣ ਕ੍ਰੈਡਿਟ ਰੋਲ 5 ਪੈਸੇ ਦਾ ਨਹੀਂ, ਜੀ ਜੀ ਮਤਲਬ ਪੈਸਾ ਇੱਕ ਨਹੀਂ ਸਰਕਾਰ ਪੰਜਾਬ ਦਾ ਲੱਗਾ, ਕ੍ਰੈਡਿਟ ਲੈਣਗੇ। ਇਸ ਤਰ੍ਹਾਂ ਕ੍ਰੈਡਿਟ ਲੈਣ ਵਾਲਿਆਂ ਦੀ ਜਿਹੜੀ ਗੱਲ ਹੈ, ਜਿਹੜੀ ਲੈਣ ਪਿਛਲਾ ਜ਼ਿਆਦਾ। ਸਵਾਲ ਸੀ ਤੁਹਾਡਾ, ਬਿਲਕੁਲ। ਉਹ ਮਤਲਬ ਜਿਹੜਾ ਵਾ ਚੱਲਦਾ ਰਹੂਗਾ, ਪਰ ਡਿਸਾਈਡ ਲੋਕ ਕਰਦੇ ਆ ਕਿੰਨੇ ਬਣਾਇਆ, ਕਿੰਨੇ ਕੀਤਾ, ਕਿਹਦਾ ਰੋਲ ਹੈ ਇਹਦੇ 'ਚ। ਇਸ ਕਰਕੇ ਨਹੀਂ, ਹੁਣ ਚੀਜ਼ਾਂ- ਜਿਹੜੀ ਤੁਸੀਂ ਦੱਸਿਆ ਸਾਰੇ CM ਹਾਂ, ਸਾਹਿਬ ਵੀ ਸੀ ਉਸ ਤੋਂ ਬਾਅਦ ਹਾਂ ਲੈਂਡ ਐਕੁਜੀਸ਼ਨ ਹੁੰਦੇ 9 ਨੂੰ ਮੀਟਿੰਗ ਹੈ। 9 ਤੋਂ ਮੀਟਿੰਗ ਤੋਂ ਬਾਅਦ ਮੇਰਾ ਖਿਆਲ ਉਸੇ ਵੇਲੇ ਜਲਦੀ ਸ਼ੁਰੂ ਹੋ ਜੂਗੀ, ਪੈਸੇ ਦੀ ਕੋਈ ਕਮੀ ਨਹੀਂ ਗੀ ਤੇ ਮੇਰਾ ਖਿਆਲ ਕੰਮ ਵੀ ਜਲਦੀ ਸ਼ੁਰੂ ਹੋ ਜੂਗਾ ਤੇ 4 ਸਾਲ ਦਾ ਪ੍ਰੋਜੈਕਟ ਹੋਣਾ ਚਾਹੀਦਾ ਐਡਾ ਵੱਡਾ, ਕਿਉਂਕਿ ਇਹ ਸਾਰੀ ਚੀਜ਼ ਜਿਹੜੀ ਆ ਚਲੋ ਅਗਲੇ ਪਾਰਟ ਦੇ ਵਿੱਚ ਤੁਹਾਨੂੰ ਦੱਸ ਦਾਂਗੇ। ਇੱਕ ਗੱਲ ਤੇ ਪੱਕੀ ਹੈ ਕਿ ਤੁਰਨਾ ਸ਼ੁਰੂ ਹੋ ਗਿਆ ਕੰਮ ਤੇ ਮੰਜ਼ਿਲ ਤੱਕ ਕੰਮ ਪਹੁੰਚ ਹੀ ਜਾਏਗਾ, ਸਪੀਡੋ ਸਪੀਡੀ ਲਓ ਪਹੁੰਚੋ। ਹੁਣ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਤੁਹਾਡੇ ਆਪਣੇ ਰਾਜਨੀਤਿਕ ਜੀਵਨ ਨੂੰ ਲੈ ਕੇ। 2007 ਚ ਪਹਿਲੀ ਵਾਰ ਤੁਸੀਂ ਤਰਨਤਾਰਨ ਤੋਂ ਇੱਥੇ ਆਏ, ਆਂਦੇ ਥਾਣੇਦਾਰੀ ਮਿਲ ਗਈ, MLA ਬਣ ਗਏ। ਲੋਕ ਤੇ ਇੱਥੇ ਜੀਵਨ ਗਾਲ ਦਿੰਦੇ ਨੇ ਤੇ MLA ਤੇ ਬਹੁਤ ਦੂਰ ਹੈ, ਕਾਉਂਸਲਰ ਨਹੀਂ ਬਣ ਪਾਉਂਦੇ। ਇਹ ਤੁਹਾਡੀ ਕਿਸਮਤ ਹੀ ਕਵਾਂਗੇ ਆਪਾਂ ਇਹਨੂੰ। ਲੇਕਿਨ ਉਸ ਤੋਂ ਪਹਿਲੇ ਤਰਨਤਾਰਨ 'ਚ ਤੁਹਾਡਾ ਰਾਜਨੀਤਿਕ ਪਿਛੋਕੜ ਕੀ ਹੈ, ਉਹ ਵੀ ਸਾਡੇ ਲੋਕਾਂ ਨੂੰ ਦੱਸੋ। ਦੇਖੋ, ਮੈਂ ਤਰਨਤਾਰਨ 'ਚ 84 ਦੇ ਵਿੱਚ ਜਦੋਂ ਕੋਰ ਅੱਤਵਾਦ ਸੀ, ਉਦੋਂ ਅਸੀਂ ਕਾਰੋਬਾਰ ਵੀ ਉਦੋਂ ਸ਼ੁਰੂ ਕੀਤਾ ਪੜ੍ਹਨ ਤੋਂ ਬਾਅਦ ਜੀ। ਤੇ ਸਾਡਾ ਉੱਥੇ ਬੜਾ ਵੱਡਾ ਸ਼ੋਰੂਮ ਹੈ ਉਦੋਂ ਤੋਂ ਕੱਪੜੇ ਦਾ ਜੀ। ਤੇ ਅਸੀਂ ਦੋ ਬ੍ਰਦਰਸ ਨੇ ਕੰਮ ਸ਼ੁਰੂ ਕੀਤਾ। ਫਿਰ ਤੀਸਰਾ ਬ੍ਰਦਰ ਵੀ ਸਾਡਾ ਜੁਆਇਨ ਹੋਇਆ, ਉਹਨੇ ਆਪਣਾ ਇੰਜੀਨੀਅਰਿੰਗ ਕੀਤੀ ਹੈ ਜੀ। ਕਿਉਂਕਿ ਕੰਮ ਦੀ ਸਾਡੇ ਦੇ ਜਿਹੜਾ ਇਸ ਤਰ੍ਹਾਂ ਦਾ ਹਿਸਾਬ ਸੀ ਕਿ ਸਾਨੂੰ ਮੈਨ ਪਾਵਰ ਦੀ ਲੋੜ ਸੀ ਕਰਦੀ, ਇਸ ਕਰਕੇ ਉਹਨੂੰ ਸਰਵਿਸ ਨਹੀਂ ਕਰਾਈ। ਤੇ ਨਾਲ ਦੀ ਨਾਲ ਹੀ ਮੈਂ ਮੇਰੀ ਜੁਆਇਨਿੰਗ ਹੋਈ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿੱਚ, ਮੈਂ ਸ਼ਾਖਾ ਤੇ ਜਾਣਾ ਸ਼ੁਰੂ ਕੀਤਾ। 84 ਤੋਂ ਤੁਸੀਂ ਹਿਸਾਬ ਲਾ ਲਓ, 16 ਤੇ 20 36 ਸਾਲ ਰਾਜਨੀਤਿਕ ਜੀਵਨ ਨੂੰ ਤੇ 16 ਸਾਲ ਉਹ ਤੇ 7 23 ਸਾਲ 23 ਸਾਲ ਬਾਅਦ ਮੈਂ MLA ਬਣਿਆ। ਉਹਨਾਂ ਜਿਹੜਾ ਮੇਰਾ ਜਿਹੋ ਜਿਹਾ ਮੇਰਾ ਸੰਘਰਸ਼ ਹੈ, ਅੱਤਵਾਦ ਲੜਿਆ ਜੀ। ਅਯੋਧਿਆ ਦਾ ਜਿਹੜਾ ਰਾਮ ਮੰਦਿਰ ਦਾ ਜਿਹੜਾ ਅਭਿਆਨ ਸੀ ਉਹ ਲੜਿਆ। ਜੀ। ਮਤਲਬ ਫਿਰ ਭਾਰਤੀ ਜਨਤਾ ਪਾਰਟੀ 'ਚ ਮੈਂ 2000 ਸੰਨ ਦੇ ਵਿੱਚ ਮੰਡਲ ਪ੍ਰਧਾਨ ਬਣਿਆ ਤੇ ਮੈਂ ਐਜ਼ ਏ ਜ਼ਿਲ੍ਹਾ ਪ੍ਰੈਜ਼ੀਡੈਂਟ, ਡਿਸਟ੍ਰਿਕਟ ਪ੍ਰੈਜ਼ੀਡੈਂਟ, ਮੈਂ ਸਮਝ ਲਓ ਵੀ ਡਿਸਟ੍ਰਿਕਟ ਐਜ਼ ਏ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਂ ਵੰਕਈਆ ਨਾਇਡੂ ਜੀ ਆਲ ਇੰਡੀਆ ਪ੍ਰੈਜ਼ੀਡੈਂਟ ਸੀ ਉਦੋਂ, ਜਿਹੜੇ ਅੱਜ ਉਪ ਰਾਸ਼ਟਰਪਤੀ ਆ। ਉਹਨਾਂ ਨੂੰ ਉੱਥੇ ਤਰਨਤਾਰਨ ਬੁਲਾਇਆ ਸੀ, ਬੜੀ ਵੱਡੀ ਸਭਾ ਕੀਤੀ ਸੀ ਤੇ ਮੈਂ ਬੜੇ ਬਹੁਤ ਵੱਡੇ ਪ੍ਰੋਜੈਕਟ ਨੇ, ਮਤਲਬ ਜਿਹੜੇ 2 ਵਾਰੀ ਮੈਂ ਜ਼ਿਲ੍ਹਾ ਪ੍ਰਧਾਨ ਰਿਹਾ ਤੇ ਜ਼ਿਲ੍ਹਾ ਵੀ ਦਿਹਾਤੀ ਜ਼ਿਲ੍ਹਾ 12 ਵਿਧਾਨ ਸਭਾ ਹਲਕਿਆਂ ਦਾ ਜ਼ਿਲ੍ਹਾ ਸੀ, ਰੂਰਲ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ। ਉਦੋਂ ਤਰਨਤਾਰਨ ਜ਼ਿਲ੍ਹਾ ਨਹੀਂ ਸੀ ਬਣਿਆ, 2002 ਤੋਂ ਬਾਅਦ ਜ਼ਿਲ੍ਹਾ ਬਣਿਆ 2002 'ਚ ਆਪਣਾ ਤਰਨਤਾਰਨ। ਤੇ 2000 ਸੰਨ ਦੇ ਵਿੱਚ ਹੀ ਮੈਂ 2001 'ਚ ਮੈਂ ਜ਼ਿਲ੍ਹਾ ਪ੍ਰਧਾਨ ਬਣ ਗਿਆ। ਫਿਰ ਮੈਂ ਤਕਰੀਬਨ 4 ਤੱਕ ਜ਼ਿਲ੍ਹਾ ਪ੍ਰਧਾਨ ਰਿਹਾ ਜੀ। ਤੇ 2004 ਮੈਂ ਪਾਰਲੀਮੈਂਟ ਜਿਹੜੀ ਹੈ ਕਲੇਮ ਕੀਤੀ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਮਿਲੀ ਤੇ ਉਦੋਂ ਜੇਟਲੀ ਸਾਹਿਬ ਨੇ ਮੈਨੂੰ ਕਿਹਾ ਮੇਰਾ ਕੰਮ ਵੇਖ ਕੇ ਜੀ ਕਿ ਕੋਈ ਗੱਲ ਨਹੀਂ, ਆਪਾਂ ਅੱਗੇ ਤੇ ਨਵਜੋਤ ਜੀ ਵਾਸਤੇ ਕੰਮ ਕਰੋ। ਅਸੀਂ ਬੜੀ ਮਿਹਨਤ ਕੀਤੀ ਆ ਨਵਜੋਤ ਸਿੰਘ ਸਿੱਧੂ ਵਾਸਤੇ ਤੇ ਜੇਟਲੀ ਸਾਹਿਬ ਨੇ ਮੇਰੀ ਬਾਂਹ ਫੜੀ। ਜੀ। ਮੈਂ ਇੱਥੇ ਸ਼ਿਫਟ ਕੀਤਾ 2005 ਮਿਡ ਦੇ ਵਿੱਚ ਜੀ। ਤੇ ਮੇਰੀ ਐਕਟੀਵਿਟੀ ਜਿਹੜੀ ਹੈ, ਮੈਂ ਜੇ ਕਹਾਂ ਨਾ ਐਜ਼ ਏ ਜ਼ਿਲ੍ਹਾ ਅਧਿਕਸ਼ ਜਾਂ ਜਦੋਂ ਮੈਂ BJP 'ਚ ਜਾਂ ਮੇਰੀ ਪਹਿਲਾ ਜਿਹੜਾ ਵਾ ਐਜ਼ ਏ ਸਵੈਮ ਸੇਵਕ ਜਿਹੜਾ ਸਮਾਂ ਰਿਹਾ ਜੀ। ਤੇ ਮੈਂ ਜਿਹੜਾ ਵੀ ਕੰਮ ਮੈਨੂੰ ਜ਼ਿੰਮੇਵਾਰੀ ਦਿੱਤੀ ਸੰਗਠਨ ਨੇ, ਮੈਂ ਮਨ ਨਾਲ, ਦਿਲ ਦੇ ਨਾਲ ਤੇ ਰਾਤ ਦਿਨ ਇੱਕ ਕਰਕੇ ਕੀਤਾ। ਮੈਂ ਕਦੀ ਪਿੱਛਾ ਭੌਂ ਕੇ ਨਹੀਂ ਵੇਖਿਆ। ਪਰਮਾਤਮਾ ਨੇ ਇੰਨੀ ਵਿਲ ਪਾਵਰ ਦਿੱਤੀ ਆ ਵੀ ਜੋ ਸੋਚਿਆ ਵਾ ਵੀ ਇਹ ਕੰਮ ਜਿਹੜਾ ਵਾ ਕਰਨਾ ਤੇ ਉਹਨੂੰ ਸਿਰੇ ਲਾਉਣਾ ਤੇ ਉਹਦੇ 'ਚ ਕਦੀ ਦਿੱਕਤ ਇਸ ਕਰਕੇ ਨਹੀਂ ਆਈ ਵੀ ਦਿਲੋਂ ਇਮਾਨਦਾਰੀ ਨਾਲ ਉਹਦੇ ਤੇ ਮਿਹਨਤ ਲਾਈ ਆ। ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਮਾਨਦਾਰੀ ਦੇ ਨਾਲ ਅਗਰ ਮਿਹਨਤ, ਸੱਚਾਈ ਦੇ ਨਾਲ ਮਿਹਨਤ, ਬਗੈਰ ਨੈਗੇਟਿਵ ਕੁਛ ਕੀਤਿਆਂ, ਕਿਸੇ ਬਾਰੇ ਸੱਜੇ ਖੱਬੇ ਸੋਚਿਆ ਬੰਦਾ ਇੱਕ ਨਿਸ਼ਾਨੇ ਵਾਸਤੇ ਤੁਰੇ ਤੇ ਕੋਈ ਦੁਨੀਆ ਦੇ ਉੱਤੇ ਕੋਈ ਕੰਮ ਔਖਾ ਨਹੀਂ। 2007 'ਚ ਮੈਨੂੰ ਪਾਰਟੀ ਨੇ ਟਿਕਟ ਦਿੱਤੀ, ਮੈਂ MLA ਬਣਿਆ। ਮੈਂ ਜੋ ਮਿਹਨਤ ਕੀਤੀ, ਜੋ ਡਿਵੈਲਪਮੈਂਟ ਕੀਤੀ, ਉਹਦੇ ਤੋਂ ਬਾਅਦ ਲੋਕਾਂ ਨੇ ਮੈਨੂੰ ਉਸ ਤੋਂ ਡਬਲ ਵੋਟਾਂ ਪਾਈਆਂ 2012 'ਚ। ਮੇਰੀ ਪਾਰਟੀ ਨੇ ਮੇਰਾ ਕੰਮ, ਮੇਰੀ ਇਮਾਨਦਾਰੀ ਵੇਖ ਕੇ ਮੈਨੂੰ ਮਿਨਿਸਟਰ ਬਣਾਇਆ।
ਮਿਨਿਸਟਰੀਆਂ ਵੀ ਜਿਹੜੀਆਂ ਮੈਂ ਜਿਹੜੀਆਂ ਮਤਲਬ ਸਮਝ ਲਓ ਵੀ ਲਾਸਟ ਦੇ ਉੱਤੇ ਜਾ ਕੇ ਲੋਕਾਂ ਨੂੰ ਮਿਲਦੀਆਂ ਜੀ। ਮੈਨੂੰ ਉਹ ਇੰਡਸਟਰੀ, ਟੈਕਨੀਕਲ ਐਜੂਕੇਸ਼ਨ, ਲੋਕਲ ਗਵਰਨਮੈਂਟ, ਲੋਕਲ ਬਾਡੀਜ਼ ਤੇ ਮੈਡੀਕਲ ਬੜੇ ਐਜੂਕੇਸ਼ਨ, 4 ਮਹੱਤਵਪੂਰਨ ਮਿਨਿਸਟਰੀਆਂ ਵਿਭਾਗ ਮਿਲੇ। ਰਹੀਆਂ ਤੇ ਮੈਂ ਕੰਮ ਕਰਕੇ ਵਿਖਾਇਆ ਤੁਹਾਡੇ ਸਾਹਮਣੇ ਆ। ਕੋਈ ਜੀ। ਉਂਗਲ ਨਹੀਂ ਕਰ ਸਕਦਾ, ਕੋਈ ਇੱਕ ਬੰਦਾ ਪੂਰੇ ਪੰਜਾਬ 'ਚ ਨਹੀਂ ਕਹਿ ਸਕਦਾ ਮੈਂ 5 ਪੈਸੇ ਦਾ ਕਿਸੇ ਦਾ ਰਵਾ। ਇੱਥੋਂ ਇਮਾਨਦਾਰੀ ਨਾਲ ਕੰਮ ਕੀਤਾ, ਇੱਥੋਂ ਦਿਲੋਂ ਕੰਮ ਕੀਤਾ ਇੱਕ ਗੱਲ ਤੇ ਰਾਤ ਦਿਨ ਦਿਮਾਗ 'ਚ ਕੰਮ ਹੁੰਦਾ ਸੀ ਤੇ ਇਹ ਸੋਚਿਆ ਸੀ ਵੀ ਜੋ ਅੱਜ ਤੱਕ ਨਹੀਂ ਹੋਇਆ ਉਹ ਕਰਨਾ। ਤੇ ਮੈਂ ਮੂੰਹੋਂ ਇਹ ਕਹਿੰਦਾ ਹੁੰਦਾ ਸੀ ਕਿਸੇ ਵੀ ਸਭਾ 'ਚ ਕਿਸੇ ਏਰੀਏ ਜਾਣਾ, 32 ਦੰਦਾਂ 'ਚੋਂ ਜੋ ਕਹੋਗੇ ਕਰਕੇ ਦੇਵਾਂਗੇ ਜੀ। ਤੇ ਲੋਕਾਂ ਦੇ ਅਸੀਂ ਸਿਰਫ ਮੈਂ ਡਿਵੈਲਪਮੈਂਟ ਨਹੀਂ ਕੀਤੀ, ਲੋਕਾਂ ਦੇ ਸ਼ੌਂਕ ਪੂਰੇ ਕੀਤੇ ਆ। ਤੁਸੀਂ ਕੰਪਨੀ ਬਾਗ ਜਾ ਕੇ ਵੇਖਿਆ ਜਦੋਂ ਮਿਊਜ਼ੀਕਲ ਫਾਊਂਟੇਨ ਚੱਲਦੇ ਸੀ ਤੇ ਹਜ਼ਾਰਾਂ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਆਪਣੇ ਟੂਰਿਸਟ ਸਪੌਟ ਬਣਾਤੇ ਮੈਂ। ਇਹ ਟ੍ਰਿਲੀਅਮ ਦੇ ਆਲੇ ਦੁਆਲੇ ਜਿਹੜੀ ਆ ਅੱਜ ਸੈਂਕੜੇ ਹਜ਼ਾਰਾਂ ਲੋਕ ਜਿਹੜੇ ਆ ਉਹ ਸੈਰ ਕਰਦੇ ਆ। ਤੁਸੀਂ ਦੇਖੋ ਜਾ ਕੇ ਲੋਕਡਾਊਨ ਦੇ ਦੌਰਾਨ ਵੀ ਤੇ ਉਹ ਵਰਲਡ ਕਲਾਸ ਸਾਈਕਲ ਟਰੈਕ ਬਣਾਇਆ ਤੇ ਉਹ ਸੜਕਾਂ ਜਿਹੜੀਆਂ ਵਾ ਉਹ ਆਲੇ ਦੁਆਲੇ ਬਣਾਈਆਂ, ਉਹ ਸਾਰੀਆਂ ਉਹਨਾਂ ਦੀ ਸਜਾਵਟ, ਉਹਨਾਂ ਦੀ ਡਿਵੈਲਪਮੈਂਟ, ਟਾਇਰਿੰਗ ਸਾਰੀ ਮੈਂ, ਪਲਾਂਟੇਸ਼ਨ ਵੀ ਮੈਂ ਕੀਤੀ ਆ। ਇਹ ਜਿਹੜੀ ਸਰਕੂਲਰ ਰੋਡ ਹੈ ਜਿਹੜੀ ਉੱਥੋਂ ਮਜੀਠਾ ਰੋਡ ਤੋਂ ਕਚਹਿਰੀ ਤੱਕ ਘੁੰਮ ਕੇ ਜਾਂਦੀ ਰਤਨ ਸਿੰਘ ਚੌਂਕ, ਇਹ ਸਿੰਗਲ ਐਡੀ ਇੱਕ ਸੜਕ ਸੀ। ਆਲੇ ਦੁਆਲੇ ਮਿੱਟੀ ਦੇ ਢੇਰ, ਕਿਤੇ ਬੋਰਡ, ਕਿਤੇ ਪਿੱਪਲ, ਕਿਤੇ ਖੰਭਾ ਹੈ, ਇੰਨੀ ਵਿੱਚ ਸੜਕ ਸੀ। ਬਾਕੀ ਖੰਭੇ, ਬੋਰਡ, ਪਿੱਪਲ ਤੇ ਮਿੱਟੀ ਦੇ ਢੇਰ ਸੀ। ਬੁਰਾ ਹਾਲ, ਟੁੱਟੀ ਸੜਕ ਸੀ ਉਹ। ਜਿਹੜੀ ਸੜਕ ਲੋਕੀ ਇੱਕ ਸਿਰਫ ਚੱਕਰ ਹੀ ਲਾਉਣ ਜਾਂਦੇ ਸੀ, ਉਹ ਨਵੀਂ ਬਣੀ, ਹੁਣ ਤੇ ਇਹਨਾਂ ਨੇ ਫੇਰ ਬਰਬਾਦ ਕਰਤੀ ਆ। ਉਹਦੀ ਸੈਂਟਰ ਵਰਜ ਉੱਥੇ ਪਲਾਂਟੇਸ਼ਨ, ਫਿਰ ਪਲਾਂਟੇਸ਼ਨ ਨੂੰ ਬਚਾਉਣ ਵਾਸਤੇ ਤਾਰਾਂ ਲਾਈਆਂ ਅੰਗਲਾਰਨ ਲਾ ਕੇ, ਪਲਾਂਟਸ ਵੀ ਬਚਣ, ਪਾਣੀ ਪਾਉਣ ਦਾ ਪ੍ਰਬੰਧ, ਹਰ ਚੀਜ਼ ਸ਼ੌਂਕ ਦੇ ਨਾਲ। ਇਸੇ ਤਰ੍ਹਾਂ ਫਿਰ ਆਨੰਦ ਅੰਮ੍ਰਿਤ ਪਾਰਕ ਡਿਵੈਲਪ ਕੀਤਾ, ਉੱਥੇ ਕੱਚਾ ਟਰੈਕ ਲੋਕਾਂ ਦੀ ਜੋਗਿੰਗ ਵਾਸਤੇ, ਓਪਨ ਏਅਰ ਜਿਮ ਮਸ਼ੀਨਾਂ, ਫਿਰ ਝੂਲੇ, ਫਿਰ ਮਿਊਜ਼ਿਕ ਸਿਸਟਮ, ਕੰਪਨੀ ਬਾਗ, ਅੰਮ੍ਰਿਤਾਨੰਦ ਪਾਰਕ, ਲੋਕੀ ਸੈਰ ਕਰਨ ਵਾਲੇ ਗਾਣੇ ਸੁਣਨ, ਕੀਰਤਨ ਸੁਣਨ, ਸ਼ਬਦ ਸੁਣਨ, ਬੈਂਚਸ ਵਰਲਡ ਕਲਾਸ ਬਹਿਣ ਵਾਸਤੇ ਸਿਟਿੰਗ। ਮੈਂ ਤੇ ਐਡੇ ਐਡੇ ਖੰਭੇ ਰੱਖ ਕੇ ਲੋਕਾਂ ਨੇ ਤੇ ਉੱਤੇ ਇੱਟਾਂ ਥੱਲੇ ਰੱਖ ਕੇ ਤੇ ਬਹਿਣ ਵਾਲੇ ਅੱਡੇ ਬਣਾਏ ਹੁੰਦੇ ਸੀ। ਜਿੱਥੇ ਜਿੱਥੇ ਜੋ ਰਿਕੁਆਇਰਮੈਂਟ ਲੋਕਾਂ ਨੂੰ ਉਹ ਦਿੱਤੀ, ਬਾਸਕਟਬਾਲ ਦੀ ਵਰਲਡ ਕਲਾਸ ਗਰਾਊਂਡ, ਸਕੇਟਿੰਗ ਰਿੰਕ ਵਰਲਡ ਕਲਾਸ, ਤੇ ਇਸੇ ਤਰ੍ਹਾਂ ਹੀ ਉੱਧਰ ਵੀ ਆਪਣਾ ਆਨੰਦ ਅੰਮ੍ਰਿਤ ਪਾਰਕ, ਬੇਅੰਤ ਪਾਰਕ, ਉੱਥੇ ਵੀ ਸਾਊਂਡ ਸਿਸਟਮ, ਲਾਈਟਾਂ, ਝੂਲੇ, ਓਪਨ ਏਅਰ ਜਿਮ ਮਸ਼ੀਨਾਂ। ਮਤਲਬ ਮੈਂ ਤੁਹਾਨੂੰ ਦੱਸਿਆ ਸ਼ੌਂਕ ਪੂਰੇ ਕੀਤੇ। ਇੱਕ ਅਸੀਂ ਉੱਥੇ ਰਣਜੀਤ ਐਵਨਿਊ ਈ ਬਲਾਕ ਦੇ ਵਿੱਚ ਬਣਾਇਆ ਸੀ ਆਪਣਾ ਕਮਿਊਨਿਟੀ ਹਾਲ, ਐਡਾ ਸ਼ਾਨਦਾਰ 1 ਏਕੜ ਦੇ ਵਿੱਚ, ਹਾਲੇ ਤੱਕ ਨਹੀਂ ਚਲਾਇਆ ਇਹਨਾਂ ਨੇ। ਮੇਰੇ ਤੋਂ ਬਾਅਦ ਮਿਨਿਸਟਰ ਵੀ ਲੈ ਲਿਆ ਇੱਥੋਂ ਦਾ ਬੰਦਾ ਹੀ। ਉਸ ਤੋਂ ਬਾਅਦ ਉਹ ਮਤਲਬ ਕਿ ਕੰਪਲੀਟ ਏਅਰ ਵਿਕਾਸ ਦਾ ਤੇ ਸ਼ੌਂਕ ਤੁਹਾਡਾ ਮਤਲਬ ਜਿਹੜਾ ਵਾ ਸਾਰੀ ਕਨਸਟੀਟੂਐਂਸੀ ਅੰਮ੍ਰਿਤਸਰ ਪੂਰਾ ਪੰਜਾਬ ਡਿਵੈਲਪ ਕੀਤਾ। ਪਰ ਕਿਉਂਕਿ ਮੇਰੀ ਜਿਹੜੀ ਅਸਲੀ ਡਿਊਟੀ ਸੀ ਵੀ ਮੇਰੀ ਕਨਸਟੀਟੂਐਂਸੀ ਦੇ ਵਿੱਚ ਮੇਰੀ ਬਾਕੀ ਤੇ ਪੈਸੇ ਦੇਣੇ ਹੁੰਦੇ ਆ, ਪ੍ਰੋਜੈਕਟ ਬਣਾ ਕੇ ਦੇਣੇ ਹੁੰਦੇ ਆ, ਲੋਕਾਂ ਦੇ ਟੈਂਡਰ ਅਪਰੂਵ ਕਰਨੇ ਹੁੰਦੇ ਆ, ਟੈਂਡਰ ਲਾਉਣੇ ਹੁੰਦੇ ਆ, ਸਪੀਡ ਬਣਾਉਣੀ ਹੁੰਦੀ ਵੀ ਕੰਮ ਪਿੱਛੇ ਨਾ ਰਹਿ ਜੇ। ਜਿਨ੍ਹਾਂ ਨੂੰ ਸ਼ੌਂਕ ਸੀ ਉਹਨਾਂ ਨੇ ਆਪਣੀਆਂ ਕਨਸਟੀਟੂਐਂਸੀਆਂ 'ਚ ਉਸ ਪੈਸੇ ਦੀ ਮੋਨੀਟਰਿੰਗ ਕਰਕੇ ਉਹਨਾਂ ਨੂੰ ਲਵਾ ਲਿਆ। ਜਿਨ੍ਹਾਂ ਦਾ ਨਹੀਂ ਸੀ ਸ਼ੌਂਕ ਉੱਥੇ ਕੰਮ ਦੇ ਵਿੱਚ ਕਮੀ ਰਹਿ ਗਈ। ਪਰ ਮੈਂ ਇੱਕ ਗਲੀ ਫਿਰ ਕੇ, ਇੱਕ ਮਤਲਬ ਸੜਕ ਫਿਰ ਕੇ ਵਰਲਡ ਕਲਾਸ ਐਂਡ ਟੂ ਐਂਡ, ਵਾਲ ਟੂ ਵਾਲ, ਡਸਟ ਫਰੀ ਕਨਸਟੀਟੂਐਂਸੀ ਬਣਾਈ, ਜਿਹਦੇ 'ਚ ਹਰ ਆਨੰਦ ਸੀ, ਹਰ ਨਜ਼ਾਰਾ ਸੀ। ਉੱਥੇ ਝੰਡਾ ਲਾਇਆ ਆਨੰਦ ਅੰਮ੍ਰਿਤ ਪਾਰਕ, ਤਿਰੰਗਾ, ਇਹਨਾਂ ਕੋਲ ਝੰਡਾ ਹੀ ਨਹੀਂ ਉਸ ਤੋਂ ਬਾਅਦ ਲੱਗਾ। ਉਹਦੇ ਥੱਲੇ ਲੇਜ਼ਰ ਸ਼ੋਅ ਜਿਹੜਾ ਸੰਤੋਸ਼ਾ ਸਿੰਗਾਪੁਰ ਚੱਲਦਾ ਤੇ ਵਾਟਰ ਸਕਰੀਨ ਬਣਦੀ, ਉੱਤੇ ਫਿਲਮ ਵੇਖ ਲਓ, ਦੇਸ਼ ਭਗਤੀ ਦੇ ਗਾਣੇ ਵੇਖ ਲਓ। ਤੇ ਮਤਲਬ ਇੰਨਾ ਕੁ ਆਨੰਦ ਵਾਲੀ ਜਗ੍ਹਾ ਉਹ ਬਣਾਈ, ਉਹ ਵੀ ਨਹੀਂ ਚੱਲਿਆ। ਇੱਥੋਂ ਵਾਲੇ ਮਿਊਜ਼ੀਕਲ ਫਾਊਂਟੇਨ ਬੰਦ ਕਰਤੇ, ਲਾਈਟਾਂ ਬੰਦ ਹੋ ਗਈਆਂ, ਸਾਊਂਡ ਸਿਸਟਮ ਬੰਦ ਹੋ ਗਿਆ, ਪਲਾਂਟੇਸ਼ਨ ਦਾ ਬੁਰਾ ਹਾਲ ਹੋ ਗਿਆ। ਸੜਕਾਂ ਜਿਹੜੀਆਂ ਕਿਤੇ ਤਾਰ ਪਾਉਣ ਵਾਸਤੇ ਪੁੱਟੀ ਉਸੇ ਤਰ੍ਹਾਂ ਬਰਬਾਦ ਰਹਿ ਗਈ। ਅੱਜ ਤੇ ਕੂੜੇ ਦੇ ਢੇਰ ਹੋ ਗਿਆ। ਡੇਲੀ ਆਪਣਾ ਮਕੈਨੀਕਲ ਸਵੀਪਿੰਗ ਹੁੰਦੀ ਸੀ ਸੜਕਾਂ ਦੀ ਸਾਰੀਆਂ ਦੀ, ਡੇਲੀ ਫੁੱਟਪਾਥਾਂ ਦੀ ਧੁਆਈ ਹੁੰਦੀ ਸੀ, ਇੱਕ ਲਾਈਟ ਬੁਝੀ ਨਹੀਂ ਹੁੰਦੀ। ਸਾਰਾ ਟੋਟਲ ਕਨਸਟੀਟੂਐਂਸੀ LED ਤੇ ਟੋਟਲ ਮਕੈਨੀਕਲ ਸਵੀਪਿੰਗ। ਘਰ ਤੋਂ ਕੂੜਾ ਜਿਹੜਾ ਲੈ ਕੇ ਜਾਂਦੀਆਂ ਸੀ ਗੱਡੀਆਂ, ਇਹ ਕੋਈ ਯੂਰਪ ਤੋਂ ਘੱਟ ਨਹੀਂ ਸੀ, ਵਿਦਆਊਟ ਕਿਸੇ ਐਕਸਟਰਾ ਬਰਡਨ ਦੇ ਵੀ ਕਿਸੇ ਨੂੰ ਕੋਈ ਚਾਰजेस ਲਾਤੇ, ਘਰਾਂ ਨੂੰ ਕੋਈ ਟੈਕਸ ਲਾਤੇ, ਕੁਛ ਨਹੀਂ। ਹਰ ਚੀਜ਼ ਜਿਹੜੀ ਆ ਵਰਲਡ ਕਲਾਸ ਬਣਾਈ। ਤੇ ਪਰ ਇਹ ਆ ਕਿ ਲੋਕਾਂ ਨੂੰ ਆਨੰਦ ਵੀ ਆਇਆ ਤੇ ਉਹਦਾ ਕੰਮ ਦਾ ਮੈਨੂੰ ਤਸੱਲੀ ਮਜ਼ਾ ਵੀ ਆਇਆ। ਹੁਣ ਜਿਸ ਤਰ੍ਹਾਂ ਵਿਕਾਸ ਦੇ ਮਾਮਲੇ ਤੇ ਤੁਸੀਂ ਡਿਟੇਲ ਦੱਸਦਾ, ਇੱਕ ਤੁਹਾਡੇ ਬਾਰੇ ਜਾਂ ਤੁਹਾਡੇ ਉੱਤੇ ਆਰੋਪ ਲੱਗਦੇ ਨੇ ਕਿ ਪੰਗੇ ਪਾਉਣ 'ਚ ਵੀ ਤੁਸੀਂ ਬੜੇ ਸ਼ੇਰ ਹੋ। ਆਂਦੇ 2007 'ਚ ਇੱਕ IPS ਅਧਿਕਾਰੀ ਦਾ ਪੰਗਾ ਪਾਤਾ, ਇਹ ਰਾਜਨੀਤੀ ਸੀ ਕਿ ਕੋਈ ਕੀ ਕਾਰਨ ਸੀ? ਦੇਖੋ ਮੈਨੂੰ ਲੋਕਾਂ ਨੇ ਬਣਾਇਆ, ਮੈਂ ਸੰਘਰਸ਼ ਕਰਕੇ ਇੱਥੋਂ ਤੱਕ ਆਇਆ। ਮੇਰਾ ਕੋਈ ਪੋਲੀਟੀਕਲ ਪਿਛੋਕੜ ਨਹੀਂ। ਮੇਰੇ ਘਰ 'ਚੋਂ ਕਦੀ ਮੈਂਬਰ ਪੰਚਾਇਤ ਨਹੀਂ ਕੋਈ ਬਣਿਆ। ਮੇਰੇ ਫਾਦਰ ਟੀਚਰ ਸੀ, ਬੜਾ ਵਧੀਆ ਘਰ, ਕਿਸਾਨੀ ਸੀ, ਪਿੰਡ ਸੰਘੇ ਮੇਰਾ। ਉਸ ਤੋਂ ਬਾਅਦ ਅਸੀਂ ਵਪਾਰ ਕੀਤਾ ਤਰਨਤਾਰਨ, ਬੜਾ ਵਧੀਆ ਵਪਾਰ,
ਪਹਿਲੇ ਦਿਨ ਤੋਂ ਲੱਗ ਕੇ ਅੱਜ ਤੱਕ ਵਧਿਆ ਹੀ ਵਧਿਆ ਵਾ। ਅੱਜ ਸਾਡੇ ਕੋਲ ਤਕਰੀਬਨ 100 ਤੋਂ ਵੱਧ ਮੁਲਾਜ਼ਮ ਉਸ ਸ਼ੋਰੂਮ ਤੇ ਕੰਮ ਕਰਦੇ ਆ। ਮੈਂ ਹੱਥੀਂ ਕੰਮ ਕੀਤਾ ਵਾ। ਜੇ ਮੈਂ ਪੋਲੀਟਿਕਸ 'ਚ ਆਇਆ, ਸਮਾਜ ਸੇਵਾ 'ਚ ਆਇਆ, ਮੈਂ ਸ਼ਾਖਾ ਤੇ ਜਾਣਾ ਸ਼ੁਰੂ ਕੀਤਾ, ਸਵਮ ਸੇਵਕ ਬਣਿਆ, ਤਾਂ ਮੈਂ ਹਰ ਟਾਈਮ ਇਮਾਨਦਾਰੀ ਨਾਲ ਕੰਮ ਕੀਤਾ। ਲੋਕਾਂ ਨੇ ਮੇਰਾ ਸਾਥ ਦਿੱਤਾ, ਲੋਕੀ ਮੈਨੂੰ ਅੱਗੇ ਲਈ ਗਏ, ਮੈਨੂੰ ਰਸਤੇ ਬਣਦੇ ਗਏ। ਮੈਂ ਪੋਲੀਟਿਕਸ 'ਚ ਆ ਗਿਆ, ਮੈਂ MLA ਬਣ ਗਿਆ, ਮੈਂ ਮਿਨਿਸਟਰ ਬਣ ਗਿਆ। ਮੈਂ ਤੁਹਾਨੂੰ ਦੱਸਦਾ, ਲੋਕਾਂ ਨੇ ਮੈਨੂੰ ਬਣਾਇਆ। ਮੈਂ ਗੱਲ ਇੱਥੇ ਲਿਆ ਰਿਹਾ ਸੀ ਵੀ ਲੋਕਾਂ ਨੇ ਮੈਨੂੰ ਇੱਥੋਂ ਤੱਕ ਲਿਆਂਦਾ। ਮੇਰਾ ਕੋਈ ਪੋਲੀਟੀਕਲ ਮੈਨੂੰ ਪਲੇਟ 'ਚ ਪਾ ਕੇ ਨਹੀਂ ਕੋਈ ਮਿਲੀ। ਕਿਸੇ ਨੂੰ ਕਿਸੇ ਦਾ ਫਾਦਰ ਕੋਈ ਨਾ ਕਿਸੇ ਅਹੁਦੇ 'ਤੇ ਰਿਹਾ ਹੋਊਗਾ, ਕਿਸੇ ਦਾ ਕੋਈ ਰਿਹਾ ਹੋਊਗਾ, ਕਿਸੇ ਨੂੰ ਕਿਸੇ ਦਾ ਰਿਵਾਰਡ ਮਿਲਿਆ ਹੋਊਗਾ। ਮੈਨੂੰ ਕੋਈ ਰਿਵਾਰਡ ਨਹੀਂ ਮਿਲਿਆ। ਮੈਨੂੰ ਮੇਰੀ ਮਿਹਨਤ ਦਾ, ਮੇਰੀ ਲਗਨ ਦਾ, ਮੇਰੀ ਇਮਾਨਦਾਰੀ ਦਾ ਰਿਵਾਰਡ ਮੇਰੀ ਪਾਰਟੀ ਨੇ ਦਿੱਤਾ। ਮੇਰੇ ਕੰਮ ਨੂੰ ਵੇਖ ਕੇ ਮੈਨੂੰ ਜ਼ਿੰਮੇਵਾਰੀ ਦਿੱਤੀ ਤੇ ਮੈਂ ਉਹਨੂੰ ਇੱਥੋਂ ਦਿਲੋਂ ਨਿਭਾਇਆ। ਇਸ ਕਰਕੇ ਜਦੋਂ ਕਦੀ ਵੀ ਕਿਸੇ ਲੋਕਾਂ ਨੂੰ ਕਿਤੇ ਪ੍ਰੋਬਲਮ ਆਈ, ਮੈਂ ਆਪਣੀ ਸਰਕਾਰ ਦੇ ਖਿਲਾਫ ਵੀ ਖੜਾ ਹਾਂ। ਜਦੋਂ ਮੈਂ ਮਿਨਿਸਟਰ ਸੀ ਉਦੋਂ ਵੀ ਮੈਂ ਖੜਾ। IIM ਵਾਸਤੇ ਤੁਸੀਂ ਵੇਖ ਲਓ, IIM ਜਿਹੜਾ ਵਾ ਇੱਥੋਂ ਲੈਪਸ ਹੋਣ ਲੱਗਾ ਸੀ। ਜਿਹੜਾ IIM ਉੱਥੇ ਬਣ ਰਿਹਾ ਵਾ ਆਪਣਾ GT ਰੋਡ ਤੇ, ਇਹ ਪ੍ਰੋਜੈਕਟ ਲੈਪਸ ਹੋ ਰਿਹਾ ਸੀ। ਉਹ ਟੀਮ ਪੂਰੀ ਮੇਰੇ ਕੋਲ ਆਈ, ਨੋਡਲ ਆਫਿਸਰ ਆਏ, ਆਂਦੇ ਜੀ ਇਹ 1 ਮਹੀਨੇ ਦੇ ਵਿੱਚ ਇਹ ਪ੍ਰੋਜੈਕਟ ਇੱਥੋਂ ਜਾ ਰਿਹਾ ਕਿਉਂਕਿ ਸਾਨੂੰ ਜਗ੍ਹਾ ਨਹੀਂ ਮਿਲੀ। ਇੰਨਾ ਚਿਰ ਅਸੀਂ ਟਾਈਮ ਲਾ ਲਿਆ, ਕੋਈ ਜਗ੍ਹਾ ਪਸੰਦ ਦੀ ਵਿਖਾਈ ਨਹੀਂ। ਜਿੱਥੇ ਅਸੀਂ ਜਾਂਦੇ ਹਾਂ ਸਾਨੂੰ ਜਿਹੜਾ ਕਦੀ ਮੰਡ 'ਚ ਲੈ ਜਾਂਦੇ ਉੱਧਰ ਅਜਨਾਲੇ ਵੱਲ, ਕਦੀ ਬਿਆਸ ਵੱਲ ਲੈ ਜਾਂਦੇ ਆ। ਸਾਨੂੰ ਅੰਮ੍ਰਿਤਸਰ ਦੇ ਇਰਦ ਗਿਰਦ 5-7 ਕਿਲੋਮੀਟਰ 'ਚ ਜਗ੍ਹਾ ਚਾਹੀਦੀ ਹੈ। ਤੇ ਕਿਉਂਕਿ ਪਹਿਲਾਂ ਹੀ ਲੋਕਾਂ ਦੇ ਡਾਊਟ ਸੀ ਮਨ 'ਚ, ਇੱਥੋਂ ਮਤਲਬ ਜਿਹੜਾ ਏਮਸ ਚੱਲ ਗਿਆ ਜੀ, ਆਹ ਚੱਲ ਗਿਆ, ਉਹ ਵੀ ਜਦੋਂ ਰੌਲਾ ਪਿਆ। ਇਹ ਹੁਣ ਤੇ ਕੋਈ ਗੱਲ ਨਹੀਂ ਸੀ, ਨਹੀਂ ਤੇ ਇਹ ਜੇ ਉਦੋਂ ਗੱਲ ਸੀ। ਅਵੇਅਰਨੈਸ ਮੈਂ ਨਾ ਲੋਕਾਂ ਦਾ ਵੀ ਧੰਨਵਾਦ ਹੁੰਦਾ ਵਾ ਜਦੋਂ ਉਹ ਗੱਲ ਉਠਾਉਂਦੇ ਕੋਈ, ਜੇ ਉਹਦੇ 'ਚ ਕੋਈ ਹੋਵੇ ਤੇ ਸਮੇਂ ਸਿਰ ਉਹਨੂੰ ਅਸੀਂ ਫੜ ਲਈਏ, ਉਹਦੇ ਤੇ ਕੰਮ ਕਰ ਲਈਏ। ਤੇ ਜਿਹੜਾ IIM ਸੀ ਉਦੋਂ ਵੀ ਮੈਂ ਸਰਕਾਰ ਦੇ ਸਾਹਮਣੇ ਖੜਾ ਆ। ਮੈਂ ਇੱਥੋਂ ਪ੍ਰੈਸ ਕਾਨਫਰੰਸ ਕਰਕੇ ਗਿਆ ਸੀ ਸਰਕਾਰ ਦੇ ਕਿ ਮੈਂ ਅਗਰ ਇਹ ਪ੍ਰੋਜੈਕਟ ਲੈਪਸ ਹੋਇਆ, ਇੱਥੋਂ ਗਿਆ, ਤੇ ਅਨਿਲ ਜੋਸ਼ੀ ਪਹਿਲਾ ਬੰਦਾ ਐਜ਼ ਏ ਮਿਨਿਸਟਰ ਹੋਊਗਾ ਜਿਹੜਾ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰੂਗਾ ਲੋਕਾਂ ਦੇ ਨਾਲ ਖੜਾ ਹੋ ਕੇ। ਹੁਣ ਮੈਂ ਕੈਬਨਿਟ ਮਿਨਿਸਟਰ ਹੋਵਾਂ ਤੇ ਮੈਂ ਇਹ ਬਿਆਨ ਦੇਵਾਂ, ਕੋਈ ਸ਼ੋਭਾ ਵਾਲੀ ਗੱਲ ਤਾਂ ਨਹੀਂ ਹੁੰਦੀ, ਪਰ ਮੈਨੂੰ ਪਤਾ ਸੀ, ਮੈਨੂੰ ਵਿਸ਼ਵਾਸ ਸੀ ਕਿ ਮੈਂ ਕਰਾ ਲੈਣਾ। ਮੈਂ ਬਾਦਲ ਸਾਹਿਬ ਕੋਲ ਗਿਆ, ਬਾਦਲ ਸਾਹਿਬ ਨੂੰ ਮੈਂ ਕਿਹਾ ਜੀ, ਮੈਂ ਕਿਹਾ ਇਹ ਗੱਲ ਆ, ਲੋਕ ਐਜੀਟੇਟ ਆ, ਲੋਕਾਂ ਦੀ ਮੈਨੂੰ, ਕਿਉਂਕਿ ਮੈਂ ਉੱਥੇ ਲੋਕਾਂ ਨੇ ਮੈਨੂੰ ਬਣਾਇਆ, ਮੇਰੀ ਡਿਊਟੀ ਬਣਨੀ ਹੈ, ਮੈਂ ਲੋਕਾਂ ਦੇ ਨਾਲ ਖੜਾ ਹਾਂ। ਲੋਕਾਂ ਦੇ ਮਨ 'ਚ ਬਹੁਤ ਡਾਊਟ ਆ, ਆਪਾਂ ਨੂੰ ਜਗ੍ਹਾ ਚਾਹੀਦੀ ਹੈ 5-7 ਕਿਲੋਮੀਟਰ। ਯਾਨੀ ਕਿ ਇਹ ਸੁਭਾਅ 'ਚ ਸ਼ਾਮਿਲ ਹੈ ਕਿ ਲੋਕਾਂ ਵਾਸਤੇ ਸੰਘਰਸ਼ ਕਰਨਾ ਲੋਕਾਂ ਵਾਸਤੇ। ਤੇ ਮੈਂ ਬਾਦਲ ਸਾਹਿਬ ਕੋਲ ਜਾ ਕੇ ਉਹਨਾਂ ਨੂੰ ਕਿਹਾ, ਕਹਿੰਦੇ ਕਾਕਾ ਜੀ ਇੱਥੇ ਜ਼ਮੀਨ ਲੱਗੇ ਤੇ ਮਹਿੰਗੀ ਬੜੀ ਹੋਣੀ ਹੈ। ਮੈਂ ਕਿਹਾ ਜੀ 60 ਏਕੜ ਜਗ੍ਹਾ ਚਾਹੀਦੀ ਹੈ, ਕਿੰਨੇ ਕੁ ਦੀ ਹੋਊ? ਕਰੋੜ, ਸਵਾ ਕਰੋੜ ਦੀ ਏਕੜ ਹੋਊਗਾ ਬਹੁਤੀ ਗੱਲ। GT ਰੋਡ ਦੇ ਉੱਤੇ ਲਾਗੇ ਛਾਗੇ ਹੈ ਉਹ ਅਸੀਂ ਜਗ੍ਹਾ ਜਿਹੜੀ ਆ, ਆਂਦੇ ਜੀ ਫਿਰ ਪੈਸੇ ਤੇ ਥੋੜੀ ਜਿਹੀ ਮੁਸ਼ਕਲ ਆ, ਇੰਨੇ ਪੈਸੇ ਲੱਗਣੇ ਆ, 70-75 ਕਰੋੜ ਰੁਪਏ। ਮੈਂ ਡਿਪਾਰਟਮੈਂਟ ਚੋਂ 25 ਕਰੋੜ ਰੁਪਏ ਦਿੱਤਾ, ਲੋਕਲ ਗਵਰਨਮੈਂਟ ਡਿਪਾਰਟਮੈਂਟ ਤੋਂ ਟਰਸਟ ਚੋਂ ਮਤਾ ਪਾਸ ਕੀਤਾ। ਮੈਂ ਕਿਹਾ ਅੰਮ੍ਰਿਤਸਰ ਦੇ ਪੈਸੇ ਤੇ ਅੰਮ੍ਰਿਤਸਰ 'ਚ ਲੱਗ ਸਕਦੇ ਹਨ। ਮੈਂ ਕਿਹਾ 25 ਕਰੋੜ ਮੈਂ ਦੇਣਾ ਡਿਪਾਰਟਮੈਂਟ ਚੋਂ, ਬਾਕੀ ਵੀ ਅੰਮ੍ਰਿਤਸਰ ਦੇ ਪੈਸੇ ਆ। ਪੁੱਡਾ ਕੋਲ ਮੈਂ ਕਿਹਾ ਪੈਸੇ ਹੈਗੇ ਆ, ਹਾਊਸਿੰਗ ਡਿਪਾਰਟਮੈਂਟ ਕੋਲ 50 ਕਰੋੜ ਰੁਪਈਆ। ਉਸ ਵੇਲੇ ਸੰਦੀਪ ਰਿਸ਼ੀ ਇੱਥੇ ਆਫਿਸਰ ਆ, ਇੱਥੇ ਅੱਜ ਜੀ, ਉਹਨੂੰ ਪੁੱਛੋ। CM ਸਾਹਿਬ ਦਾ ਫੋਨ ਕਰਾਇਆ, ਉਹਨੂੰ ਪੁੱਛਿਆ, ਉਹਨੂੰ ਕਿਹਾ ਜਗ੍ਹਾ ਲੱਭੋ। ਹਫ਼ਤੇ 'ਚ ਜਗ੍ਹਾ ਜਿਹੜੀ ਲਈ 50 ਕਰੋੜ ਰੁਪਇਆ ਉਹਦੇ ਕੋਲ ਹਾਊਸਿੰਗ ਡਿਪਾਰਟਮੈਂਟ ਦਾ, 25 ਕਰੋੜ ਮੈਂ 75 ਕਰੋੜ ਦੀ 60 ਏਕੜ ਜਗ੍ਹਾ ਲੈ ਕੇ ਉਹ ਅੱਜ ਪ੍ਰੋਜੈਕਟ ਇੱਥੇ ਆ। ਇਸ ਕਰਕੇ ਕ੍ਰੈਡਿਟ ਲੈਣ ਵਾਲੇ ਜਦੋਂ ਬਾਅਦ 'ਚ ਜਿੰਨੇ ਮਰਜ਼ੀ ਆ ਜਾਣ ਹੈ, ਬਾਕੀ ਪ੍ਰੈਕਟੀਕਲੀ ਕੰਮ ਜਿਹੜਾ ਹੁੰਦਾ ਨਾ ਉਹ ਜਿਹੜਾ ਕਰਨਾ, ਤੇ ਉਹਦੇ ਤੋਂ ਬਾਅਦ ਰੌਲਾ ਨਾ ਪਾਉਣਾ। ਮੈਂ ਅੱਜ ਕਹਾਂ ਡਿਵੈਲਪਮੈਂਟ, ਭਾਵੇਂ ਮੈਂ ਕਹਾਂ ਨਾ ਕਹਾਂ ਵੀ ਮੈਂ ਡਿਵੈਲਪਮੈਂਟ ਕੀਤੀ, ਲੋਕ ਆਪਣੇ ਆਪ ਕਹਿੰਦੇ ਆ। ਕਿਸੇ ਨੂੰ ਕ੍ਰੈਡਿਟ ਭੱਜ ਕੇ ਇੱਧਰ ਅਖਬਾਰ, ਇੱਧਰ ਕੁਝ ਕਹਿ ਕੇ ਮੈਂ ਜੋ ਮਰਜ਼ੀ ਕਹੀ ਜਾਵਾਂ, ਕ੍ਰੈਡਿਟ ਲੋਕਾਂ ਨੇ ਡਿਸਾਈਡ ਕਰਨਾ ਵੀ ਕਿਹਦੇ ਖਾਤੇ ਜਾਂਦਾ ਤੇ ਕਿਹਨੂੰ ਦੇਣਾ। ਇਸ ਕਰਕੇ ਇਹ ਆਪਣੇ ਆਪ ਕੰਮ ਦਿਸਦਾ ਹੁੰਦਾ। ਤੇ ਮੈਂ ਉਸ ਵੇਲੇ ਵੀ ਜਿਹੜਾ ਤੁਸੀਂ IPS ਆਫਿਸਰ ਦੀ ਲੋਕਾਂ ਕਰਕੇ ਖੜਾ ਹੋਇਆ, ਕੋਈ ਲੜਾਈ ਨਹੀਂ ਹੁੰਦੀ, ਇਹ ਤੇ ਪੋਲੀਟੀਕਲ ਜੀਵਨ ਦਾ ਹਿੱਸਾ ਹੈ ਇੱਕ। ਚਲੋ ਹੁਣ ਠੀਕ ਹੈ ਨਾ, ਹੁਣ ਮੈਂ ਮੇਰੀ ਕਿਸੇ ਨਾਲ ਵੀ ਵਿਗੜੀ ਨਹੀਂ ਕੋਈ। ਪੋਲੀਟੀਕਲ ਆਪਣੀ ਡਿਊਟੀ, ਆਪਣਾ ਧਰਮ ਇਹ ਹੁੰਦਾ ਵਾ ਕਿ ਕੋਈ ਸਾਹਮਣੇ ਭਰਾ ਵੀ ਖੜਾ ਹੋਵੇ, ਜੇ ਲੋਕਾਂ ਦੇ ਕੰਮ 'ਚ ਹੱਡਲ ਆ, ਕੋਈ ਆਫਿਸਰ ਮੇਰਾ ਸਖਾ ਭਰਾ ਹੁੰਦਾ ਤੇ ਮੈਂ ਤਦ ਵੀ ਖੜਾ ਹੁੰਦਾ। ਲੋਕਾਂ ਵਾਸਤੇ ਖੜਾ ਹੋਣਾ ਸਾਡੀ ਜ਼ਿੰਮੇਵਾਰੀ ਆ, ਸਾਡਾ ਧਰਮ ਆ। ਤੇ ਉਹ ਅਨਿਲ ਜੋਸ਼ੀ ਦੇ ਅੰਦਰੋਂ ਆਦਤ ਨਾ ਗਈ ਸੀ ਨਾ ਜਾਣੀ ਆ। ਲੋਕਾਂ ਵਾਸਤੇ ਅੱਜ ਵੀ ਆ, ਕੱਲ ਵੀ ਆ, ਹਰ ਸਮੇਂ ਕਿਸੇ ਵੀ ਸੰਘਰਸ਼ ਵਾਸਤੇ ਖੜਾ। ਰਾਜਨੀਤਿਕਾਂ ਨਾਲ ਵੀ ਲੜਦੇ ਰਹਿੰਦੇ ਹੋ। ਨਵਜੋਤ ਸਿੰਘ ਸਿੱਧੂ ਜੀ ਨਾਲ ਤੁਹਾਡੀ ਨਹੀਂ ਬਣੀ, ਮੇਰੀ ਜੀ ਨਾਲ ਤੁਹਾਡੀ ਨਹੀਂ ਬਣਦੀ। ਸੁਰੇਸ਼ ਮਹਾਜਨ ਜੀ ਜਦੋਂ ਤੁਸੀਂ ਮੰਤਰੀ ਸੀ ਆਪ, ਉਹ 1 ਸਾਲ ਜਾਂ 8 ਮਹੀਨਿਆਂ ਵਾਸਤੇ ਚੇਅਰਮੈਨ ਬਣੇ, ਉਹਨਾਂ ਨਾਲ ਨਹੀਂ ਬਣੀ। ਮੈਂ 5 ਸਾਲ, ਮੇਰਾ ਕੁਛ ਨਾ ਬੁਰਾ ਹੁੰਦੇ ਹੋ, 5 ਸਾਲ ਬਖਸ਼ੀ ਰਾਮ ਜੀ ਮਿਲ ਰਹੇ ਨੇ, ਉਹ ਵੀ ਤੁਹਾਡੇ ਕੋਲ ਤੰਗੀ ਹੁਸਨ ਦੇ ਰਹੇ ਨੇ, ਕੀ ਕਾਰਨ ਹੈ? ਮੇਰੇ ਕੋਲ ਤੰਗੀ ਕਿਸੇ ਨੂੰ ਹੋ ਸਕਦੀ ਹੈ ਕਿਉਂਕਿ ਮੈਂ ਇਮਾਨਦਾਰੀ ਨਾਲ ਚਰਚਾ ਦੇ ਹੀ ਮੇਰਾ ਸੁਭਾਅ ਕੰਮ ਕਰਨਾ।
ਮੇਰੀ ਸਪੀਡ ਨਾਲ ਕਿਸੇ ਵੇਲੇ ਕਿਸੇ ਦੀ ਸਪੀਡ ਨਾ ਰਲੇ ਤੇ ਮੇਰਾ ਕੋਈ ਉਹਦੇ 'ਚ ਕਸੂਰ ਨਹੀਂਗਾ। ਤੁਸੀਂ ਗੱਲ ਕੀਤੀ ਪਹਿਲਾਂ ਸ਼ੁਰੂ 'ਚ ਸਭ ਤੋਂ ਨਵਜੋਤ ਸਿੰਘ ਸਿੱਧੂ ਦੀ। ਜੀ ਮੈਂ ਉਹਦੇ ਵਾਸਤੇ ਬਹੁਤ ਮਿਹਨਤ ਕੀਤੀ ਹੈ। ਤੁਸੀਂ ਅੱਜ ਨਵਜੋਤ ਸਿੰਘ ਸਿੱਧੂ ਦਾ ਡਿਸਾਈਡ ਕਰ ਲਓ ਵੀ ਉਹਦੀ ਕਿਹਦੇ ਨਾਲ ਬਣਦੀ ਹੈ, ਇਹਦਾ ਜਵਾਬ ਤੁਹਾਨੂੰ ਆਪੇ ਮਿਲ ਜੂਗਾ। ਮੈਂ ਉਹਦੇ ਨਾਲ ਲੜਿਆ ਹੁੰਦਾ ਤੇ ਮੇਰੀ ਵੀ ਕਿਸੇ ਨਾਲ ਨਾ ਬਣਦੀ। ਅੱਜ ਮੈਂ ਸਰਕਾਰ 'ਚ, ਅੱਜ ਮੈਂ ਮਤਲਬ ਜਿਹੜਾ ਵਾ ਕਿਸੇ ਹੁਣ ਤੇ ਮੇਰੇ ਕੋਲ ਕਿਸੇ ਮਿਨਿਸਟਰ ਨੂੰ ਅੱਜ ਦੀ ਸਰਕਾਰ ਦੇ ਨੂੰ ਫੋਨ ਕਰਾ ਲਓ, ਜੀ ਫੋਨ ਪਿਕ ਕਰੋ, ਕਿਸੇ ਆਫੀਸਰ ਨੂੰ ਕਰਾ ਲਓ, ਫੋਨ ਪਿਕ ਹੋਊਗਾ। ਮੈਂ ਕੰਮ ਕੀਤਾ, ਮੇਰੇ ਕੰਮ ਦੀ ਲੋਕਾਂ ਨੂੰ ਕਦਰ ਆ, ਮੈਂ ਹਰ ਇੱਕ ਬੰਦੇ ਦੇ ਨਾਲ ਮਿਲ ਕੇ ਚੱਲਿਆ, ਕੰਮ ਕੀਤਾ। ਪਰ ਜਿੱਥੇ ਲੋਕਾਂ ਕਰਕੇ ਮੈਨੂੰ ਖੜਾ ਹੋਣਾ ਪਿਆ ਉੱਥੇ ਮੈਂ ਗੁਰੇਜ਼ ਨਹੀਂ ਕੀਤਾ ਤੇ ਉਹ ਪੋਲੀਟੀਕਲ ਲੜਾਈ ਹੁੰਦੀ ਆ, ਪਰਸਨਲ ਕੋਈ ਲੜਾਈ ਨਹੀਂ ਹੁੰਦੀ। ਇਹ ਲੋਕ ਜਿਹਦੀ ਤੁਸੀਂ ਗੱਲ ਕੀਤੀ ਆ ਉਹਦੀ ਬੀਜੇਪੀ ਦੇ 'ਚ ਐਡੇ ਐਡੇ ਵੱਡੇ ਪਦ ਦਿੱਤੇ, 3 ਵਾਰੀ MP ਲੜਾਇਆ ਜੀ, ਫਿਰ ਰਾਜ ਸਭਾ ਦਿੱਤੀ ਜੀ। ਬੀਜੇਪੀ ਨਾਲ ਕੀ ਕਰਕੇ ਗਏ? ਉਸ ਤੋਂ ਬਾਅਦ ਲਿੱਤੀ ਨਹੀਂ, ਪਰ ਰਾਜ ਸਭਾ ਮਾਰਾ ਰਹਿ ਕੇ ਬਾਅਦ ਰਿਜ਼ਾਈਨ ਕੀਤਾ। ਰਾਜ ਸਭਾ 4-5 ਮਹੀਨੇ ਤੋਂ ਬਾਅਦ ਰਿਜ਼ਾਈਨ ਕੀਤਾ, ਜੁਆਇਨ ਕਰਨ ਤੋਂ ਬਾਅਦ। ਹਾਂਜੀ, ਸਿੱਧੂ ਸਾਹਿਬ ਨੇ ਮੇਰੀ ਜਾਣਕਾਰੀ ਉਸ ਤੋਂ ਬਾਅਦ ਕਿਉਂਕਿ ਹੋਰ ਵੱਡਾ ਸੌਦਾ ਆ ਗਿਆ। ਜੀ ਆਮ ਪਾਰਟੀ ਨੇ ਲਾਲਚ ਦੇ ਦਿੱਤਾ ਵੀ ਤੁਹਾਨੂੰ ਚੀਫ ਮਿਨਿਸਟਰ ਬਣਾਵਾਂਗੇ, ਮਗਰੋਂ ਕੇਜਰੀਵਾਲ ਮੁੱਕਰ ਗਏ, ਇਹਨਾਂ ਦਾ ਸੌਦਾ ਉੱਥੇ ਨਹੀਂ ਬਣਿਆ। ਫਿਰ ਇਹ ਕਾਂਗਰਸ 'ਚ ਆ ਗਏ, ਉਹਨਾਂ ਨੇ ਕਹਿਤਾ ਡਿਪਟੀ CM ਬਣਾਵਾਂਗੇ, ਉਹਨਾਂ ਨੇ ਨਹੀਂ ਬਣਾਇਆ ਤੇ ਘਰ ਬਹਿ ਕੇ ਹੁਣ ਕਿੱਥੇ ਲੱਭਦੇ ਆ ਜੀ ਕਿ ਉਹਨਾਂ ਨਾਲ ਲੜਾਈ, ਫਿਰ ਇਹਨਾਂ ਨੇ ਕਾਂਗਰਸ ਦੇ ਨਾਲ ਲੜਾਈ। ਤੁਸੀਂ ਦੂਜੇ ਹੋਰ ਆਂਦੇ ਜੇ ਮਲਿਕ ਸਾਹਿਬ, ਤੁਸੀਂ ਅੱਜ ਵੀ ਵੇਖੋ, ਅਖਬਾਰਾਂ ਦੇਖ ਲਓ ਜੀ, ਉੱਥੇ ਮੀਟਿੰਗ ਦੇ ਵਿੱਚ ਉਹਨਾਂ ਦੇ ਨਾਲ ਮੇਰੀਆਂ ਫੋਟੋਆਂ ਲੱਥੀਆਂ, ਸਾਰੀਆਂ ਫੋਟੋਆਂ ਉਹਨਾਂ ਦੇ ਨਾਲ ਆ। ਉਹਨਾਂ ਦਾ ਨਾਮ ਮੈਂ ਜਿਹੜੀ ਨਿਊਜ਼ ਭੇਜੀ ਆ ਉਹਦੇ ਵਿੱਚ ਆ। ਜੇ ਮੇਰੀ ਲੜਾਈ ਹੋਵੇ ਤਾਂ ਮੈਂ ਕਿਉਂ ਲਿਖਾਂ, ਮੈਂ ਕਿਉਂ ਫੋਟੋ ਲਾਵਾਂ? ਮੈਂ ਘੱਟ ਫੋਟੋ ਮੈਂ ਵੀ ਨਾ ਭੇਜਾਂ ਜੀ। ਇਸ ਕਰਕੇ ਇਹ ਡਿਸਾਈਡ ਜਿਹੜਾ ਇਹ ਤੁਸੀਂ ਕਰੋ, ਲੋਕ ਕਰਨਗੇ ਕਿ ਮੇਰੀ ਲੜਾਈ ਹੈ। ਮੇਰੇ ਤੋਂ ਕਿਸੇ ਨੂੰ ਪ੍ਰੋਬਲਮ ਮੇਰੀ ਸਪੀਡ ਦੇ ਨਾਲ, ਮੇਰੇ ਤੋਂ ਮਤਲਬ ਸਮਝ ਲਓ ਕਿਸੇ ਨੂੰ ਜੇ ਅਗਰ ਇਨਸਿਕਿਉਰਿਟੀ ਫੀਲਿੰਗ ਹੁੰਦੀ ਤਾਂ ਮੇਰਾ ਇਹਦੇ 'ਚ ਕਸੂਰ ਨਹੀਂ ਹੈ, ਮੇਰੇ ਕੰਮ ਕਰਨ ਦਾ ਆਪਣਾ ਤਰੀਕਾ ਵਾ। ਜੀ ਇੱਕ ਰੇਸ ਲੱਗੀ ਆ, ਦੌੜਨਾ 100 ਮੀਟਰ, ਅੱਗੇ ਫੀਤਾ ਲੱਗਾ ਵਾ, ਜਿਹੜਾ ਹੱਥ ਲਾਊਗਾ ਉਹੀ ਜਿੱਤੂਗਾ ਨਾ। ਜੀ ਇਹਦੇ 'ਚ ਆਪਾਂ ਇੱਕ ਲੱਤ ਖਿੱਚੀਏ ਕਿਸੇ ਦੀ ਕਿੱਥੇ। ਮੈਂ ਕਦੀ ਨੈਗੇਟਿਵ ਪੋਲੀਟਿਕਸ ਨਹੀਂ ਕੀਤੀ, ਮੈਂ ਆਪਣੇ ਕੰਮ ਵੱਲ ਧਿਆਨ ਕੀਤਾ ਜੀ, ਮੈਂ ਆਪਣੀ ਜ਼ਿੰਮੇਵਾਰੀ ਵਾਲੀ ਧਿਆਨ ਕੀਤਾ ਤੇ ਇਮਾਨਦਾਰੀ ਨਾਲ ਉਸ ਦੇ ਉੱਤੇ ਡਟਿਆ ਰਿਹਾ। ਲੋਕਾਂ ਨਾਲ ਮੈਂ ਅੱਜ ਵੀ ਖਲੋਤਾ। ਇਸ ਕਰੋਨਾ ਲੜਾਈ ਵਿੱਚ ਜੀ ਤੁਸੀਂ ਦੇਖਿਆ ਹੋਊਗਾ ਮੈਂ 30,000 ਪਰਿਵਾਰਾਂ ਤੱਕ ਘਰ ਹਫਤੇ ਦਾ ਰਾਸ਼ਨ ਪਹੁੰਚਾਇਆ ਜੀ। ਸਾਡੇ ਅਸੀਂ ਹਰ ਕੰਮ ਵਾਸਤੇ ਸਿਸਟਮ ਬਣਾਇਆ, ਅਸੀਂ NGO ਬਣਾਈ ਆ, ਉਹਦੇ 'ਚ ਮੈਂਬਰ ਆ ਸਾਡੇ 50-60। ਅਸੀਂ ਜਦੋਂ ਕੋਈ ਇਹੋ ਜਿਹਾ ਮੁੱਦਾ ਹੁੰਦਾ, ਕੋਈ ਜ਼ਰੂਰਤ ਹੈ ਲੋਕਾਂ ਨੂੰ, ਅਸੀਂ ਸਾਰੇ ਇਕੱਠੇ ਹੁੰਦੇ ਆ, ਅਸੀਂ ਉਹਦੇ 'ਚ ਆਪਣਾ ਜਿਹੜਾ ਯੋਗਦਾਨ ਸਾਰੇ ਪਾਉਂਦੇ ਆ। ਇੱਥੇ ਮੰਦਿਰ ਬਣਦਾ ਪਿਆ ਰਣਜੀਤ ਐਵਨਿਊ, ਤੁਸੀਂ ਦੇਖਿਆ ਹੋਣਾ, 6 ਕਰੋੜ ਰੁਪਏ ਉੱਥੇ ਲੱਗ ਗਿਆ। ਮੈਂ ਹਾਰਨ ਤੋਂ 8 ਮਹੀਨੇ ਬਾਅਦ, MLA ਹਾਰਨ ਤੋਂ ਬਾਅਦ 8 ਮਹੀਨੇ ਬਾਅਦ ਉਹ ਸ਼ੁਰੂ ਕੀਤਾ। 6 ਕਰੋੜ ਕਿੱਥੋਂ ਆਇਆ? ਮੇਰੇ ਤੇ ਲੋਕੀ ਵਿਸ਼ਵਾਸ ਕਰਦੇ, ਉਹਨਾਂ ਦਿੱਤਾ ਜੀ। ਲੋਕਾਂ ਨੇ ਪੈਸੇ ਦਿੱਤੇ ਆ, ਉਹਦਾ 5 ਸਟਾਰ ਹਾਲ ਬਣ ਗਿਆ, ਉੱਪਰ ਕੰਮ ਚੱਲਦਾ ਪਿਆ। ਇਹ ਲੋਕਡਾਊਨ ਕਰਕੇ ਜਿਹੜਾ ਬੰਦ ਹੋਇਆ, ਉਹ ਭਵਯ ਮੰਦਿਰ 14 ਕਰੋੜ ਰੁਪਏ ਦਾ ਪ੍ਰੋਜੈਕਟ ਆ। ਇਹ ਹਿੰਮਤ ਹੁੰਦੀ ਹੈ ਇਹੋ ਜਿਹੀ ਪੋਜੀਸ਼ਨ 'ਚ ਦੇਣ, ਕੋਈ 10 ਰੁਪਏ ਨਹੀਂ ਦਿੰਦਾ ਵਿਸ਼ਵਾਸ ਨਾ ਹੋਵੇ। ਇਸ ਕਰਕੇ ਲੋਕ, ਜੇ ਮੈਂ ਲੋਕਾਂ ਨਾਲ ਤੇ ਲੋਕ ਵੀ ਮੇਰੇ ਨਾਲ ਖੜੇ ਆ। ਇਸ ਕਰਕੇ ਜੇ ਪੋਲੀਟਿਕਸ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਵਾ, ਕਿਸੇ ਨੂੰ ਕੋਈ ਮਾੜੀ ਮੋਟੀ ਇਨਸਿਕਿਉਰਿਟੀ ਕਿਸੇ ਨੂੰ ਫੀਲ ਹੁੰਦੀ ਆ ਤੇ ਉਹ ਥੋੜਾ ਬਹੁਤਾ ਉਹਨੂੰ ਫੀਲ ਹੁੰਦਾ। ਮੈਂ ਕਦੀ ਕਿਸੇ ਪ੍ਰਤੀ ਨੈਗੇਟਿਵ ਕੋਈ ਗੱਲ ਨਹੀਂ ਕੀਤੀ। ਫਿਰ ਦੂਸਰੀ ਤੀਜੀ ਤੁਸੀਂ ਗੱਲ ਕੀਤੀ ਆ, ਬਾਕੀ ਰਾਜਨੀਤੀ ਥੋੜਾ ਬਹੁਤਾ ਮੇਰੇ ਕੋਲ ਡਿਪਾਰਟਮੈਂਟ ਸੀਗਾ। ਤੁਸੀਂ ਸੁਰੇਸ਼ ਮਹਾਜਨ ਜੀ ਦੀ ਗੱਲ ਕੀਤੀ ਆ, ਉਹ ਮੈਂ ਹੀ ਅਪਰੂਵਲ ਕੀਤੀ ਸੀ ਜੀ। ਤੇ ਮਤਲਬ ਜਿਹੜੀ ਉਹਨਾਂ ਦੇ ਚੇਅਰਮੈਨ ਸੀ, ਮੈਂ ਹੀ ਅਪਰੂਵ ਕੀਤੀ ਸੀ। ਇਸ ਕਰਕੇ ਅੱਜ ਵੀ ਹੁਣ ਮੈਂ ਪ੍ਰੋਗਰਾਮ ਕੀਤਾ ਸੀ, ਪਰਸੋਂ ਸੁਰੇਸ਼ ਜੀ ਉੱਥੇ ਸੀ, ਸਾਰੀ ਟੀਮ ਉੱਥੇ ਸੀ, ਕਿਸੇ ਦੇ ਨਾਲ ਮੇਰੀ ਲੜਾਈ ਨਹੀਂ ਹੈ। ਬਾਕੀ ਹੋਰ ਕਿਹੜਾ ਨਾਂ ਲਿਆ ਜੇ ਦੱਸਿਆ? ਬਖਸ਼ੀ ਰਾਮ ਅਰੋੜਾ ਜੀ। ਬਖਸ਼ੀ ਰਾਮ ਜੀ ਮੇਅਰ ਸੀਗੇ, ਮੈਂ ਮਿਨਿਸਟਰ ਸੀਗਾ, ਮੈਂ ਮਤਲਬ ਥੱਲੇ ਆ ਕੇ ਮੇਅਰ ਨਾਲ ਲੜਨਾ ਸੀ। ਮੈਂ ਕਦੀ ਕਿਸੇ ਨੂੰ ਕੋਈ ਇੱਕ ਜਿਹੜਾ ਹਲਕਾ ਇੰਚਾਰਜ ਕਿਤੇ ਵੀ ਕਦੀ ਕੋਈ ਮੇਰੇ ਕੋਲ ਕੰਮ ਆਇਆ ਹੋਵੇ, ਮੈਂ ਮੋੜਿਆ ਹੋਵੇ ਜਾਂ ਮੈਂ ਕੰਮ ਨਾਲ ਸਤਿਕਾਰ ਨਾ ਕੀਤਾ ਹੋਵੇ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਆਪਣੇ ਆਪਣੇ ਹਰਕ ਦੇ ਸੁਭਾਅ ਆ। ਕਈ ਵਾਰੀ ਲੱਗਦਾ ਹੀ ਹੁੰਦਾ ਵੀ ਇਹਦੇ ਨਾਲ ਨਹੀਂ ਬਣਦੀ। ਅੱਜ ਵੀ ਮੇਰੀ ਬਖਸ਼ੀ ਰਾਮ ਜੀ ਨਾਲ ਬਣਦੀ ਹੈ, ਕੋਈ ਦਿੱਕਤ ਨਹੀਂ। ਕੋਈ ਪੋਲੀਟਿਕਸ ਦੇ ਵਿੱਚ ਕੋਈ ਮਾੜਾ ਮੋੜ ਕਿਸੇ ਨੂੰ ਕਦੀ ਲੱਗਾ ਮੇਰੇ ਤੋਂ ਤੇ ਮੈਂ ਉਹਦਾ ਜ਼ਿੰਮੇਵਾਰ ਨਹੀਂ। ਉਹ ਸੱਤਾ ਤੋਂ ਬਾਹਰ ਹੈ ਤੇ ਹੁਣ ਤੇ ਸਾਰਿਆਂ ਦੀ ਬਣ ਜਾਣੀ ਆਪਸ ਦੇ ਵਿੱਚ। ਨਾ ਉਦੋਂ ਵੀ ਮੈਂ ਕਦੀ ਮੈਨੂੰ ਕੋਈ ਆਮ ਬੰਦਾ ਕਵੇ, ਕੋਈ ਪੋਲੀਟੀਸ਼ੀਅਨ ਕਵੇ, ਮੈਂ ਇਹਦੇ ਆਫਿਸ, ਮੈਂ ਚੰਡੀਗੜ੍ਹ, ਮੈਂ ਇਹਦੇ ਘਰ ਗਿਆ, ਇਹ ਕੰਮ ਲੈ ਕੇ ਨਹੀਂ ਕੀਤਾ ਇਹਨੇ। ਕੋਈ ਕਾਂਗਰਸੀ ਵੀ ਕਹਿ ਦੇ ਜੀ, ਅੱਜ ਵੀ ਐਲਾਨੀਆਂ ਕਹਿਣਾ, ਕੋਈ ਕਾਂਗਰਸੀ ਵੀ ਕਹਿ ਦੇ ਮੈਂ ਤੇ ਕੋ ਗਿਆ ਨੇ ਮੈਨੂੰ ਕਿਹਾ ਤੂੰ ਕਾਂਗਰਸੀ ਇਸ ਕਰਕੇ ਕੰਮ ਨਹੀਂ ਕਰਨਾ। ਕੋਈ ਜਾਤ ਬਰਾਦਰੀ, ਕੋਈ ਕਮਿਊਨਿਟੀ ਨਹੀਂ, ਕੋਈ ਪਾਰਟੀਬਾਜ਼ੀ ਨਹੀਂ। ਜਿਹੜਾ ਆਇਆ ਇਮਾਨਦਾਰੀ ਨਾਲ ਕੰਮ ਕੀਤਾ, ਦਿਲੋਂ ਕੰਮ ਕੀਤਾ, ਸਤਿਕਾਰ ਕੀਤਾ, ਇੱਜ਼ਤ ਕੀਤੀ, ਚਾਹ ਪਾਣੀ ਪਿਆ ਕੇ ਭੇਜਿਆ। ਇਸੇ ਕਰਕੇ ਮੈਂ ਕਹਿੰਦਾ ਨਾ, ਅੱਜ ਵੀ ਜਿਹੜੇ ਮਿਨਿਸਟਰ ਕਲੀਗ ਹੀ ਰਹੇ ਮੇਰੇ ਸਾਰੇ, ਜਿੰਨੇ ਮਿਨਿਸਟਰ ਪਿੱਛੇ ਬੇਟੇ ਦੀ ਸ਼ਾਦੀ ਕੀਤੀ ਸੀ, 90% ਸਾਰੀ ਮਿਨਿਸਟਰੀ ਆਈ ਸੀ ਜੀ। 90% ਬਿਊਰੋਕਰੇਟਸ ਆਏ ਸੀ ਸਾਰੇ ਜੀ।
ਤੇ ਮਤਲਬ ਇਹ ਸਾਰੀ ਜਿਹੜੀ ਆ ਇਹ ਚੀਜ਼ ਦੱਸਦੀ ਆ ਵੀ ਮੇਰਾ ਕਹਿਣਾ ਨਹੀਂ ਹੈ, ਕਿਸੇ ਨੂੰ ਮੇਰੇ ਨਾਲ ਹੋਵੇ ਤਾਂ ਮੈਂ ਹੁਣ ਗੱਲ ਕਰਾਂਗੇ ਤੁਹਾਡੀ ਹਾਰ ਦੀ। ਤੁਸੀਂ ਆਪ ਵੀ ਕਿਹਾ ਜਿਸ ਤਰ੍ਹਾਂ ਹਾਰਨ ਤੋਂ ਬਾਅਦ ਵੀ ਤੁਸੀਂ ਕਾਫੀ ਕੰਮ ਕਰ ਰਹੇ ਹੋ, ਹਾਰ ਦਾ ਕਾਰਨ ਕੀ ਰਿਹਾ? ਜਦੋਂ ਚਰਚਾ ਹੁੰਦੀ ਸੀ ਨਾ 2017 ਤੋਂ ਪਹਿਲੇ ਅਸੀਂ ਵੀ ਫੀਲਡ 'ਚ ਘੁੰਮਦੇ ਸਾਂ ਤੇ ਲੋਕ ਕਹਿੰਦੇ ਸੀ ਯਾਰ ਸਰਕਾਰ ਬਦਲ ਸਕਦੀ ਹੈ, ਬੀਜੇਪੀ ਦੀ ਸੀਟਾਂ ਘਟ ਸਕਦੀਆਂ ਨੇ, ਘੱਟ ਤੋਂ ਘੱਟ ਜਿੰਨੀਆਂ ਮਰਜ਼ੀ ਆਉਣ, ਜੇ ਕੋਈ ਸੁਰੱਖਿਅਤ ਸੀਟ ਹੈ ਤਾਂ ਹਲਕਾ ਉਤਰੀ ਉਹ ਅਨਿਲ ਜੋਸ਼ੀ ਜੀ ਦੀ ਹੈ, ਲੇਕਿਨ ਉੱਥੇ ਹਾਰ ਹੋ ਗਈ। ਇਹ ਵੀ ਪਰਮਾਤਮਾ ਦੀ ਕੋਈ ਕਿਰਪਾ ਹੁੰਦੀ, ਮੈਂ ਤੁਹਾਨੂੰ ਦੱਸਾਂ। ਮੈਂ ਇਹ ਹਾਰ ਵੀ ਮੇਰੇ ਵਾਸਤੇ ਕਿਰਪਾ ਵਾ। ਕੁਛ ਸਿੱਖ ਮਿਲੀ ਜਿਹਨੇ ਪੋਲਿਟਿਕਸ ਕਰਨੀ ਹੈ ਨਾ, ਉਹਦੇ ਵਾਸਤੇ ਇਹ ਚੀਜ਼ ਆਪੋਜੀਸ਼ਨ 'ਚ ਰਹਿਣਾ, ਹਾਰ ਤੋਂ ਸਬਕ ਸਿੱਖਣੇ, ਮੈਂ ਨਾ ਸਭ ਤੋਂ ਜ਼ਰੂਰੀ ਹੈ। ਉਹ ਮਿਲੀ ਸਿੱਖ ਵੈਸੇ ਬਹੁਤ। ਇਹ ਜਿਹੜੇ ਸਮਾਂ ਹੁੰਦਾ ਨਾ ਜੀ, ਇਹ ਇਸੇ ਸਮੇਂ ਤੇ ਸਭ ਕੁਝ ਪਤਾ ਲੱਗਦਾ ਵੀ ਅਸੀਂ ਕੀ ਕੀਤਾ, ਸਾਨੂੰ ਕਿੱਥੇ ਸਾਡੀ ਗਲਤੀ ਰਹੀ। ਇਹ ਮੰਥਨ ਕਰਨ ਦਾ ਵੀ ਸਮਾਂ ਹੁੰਦਾ ਜੀ ਜੀ। ਤੇ ਮੈਂ ਇਹਨੂੰ ਵੀ ਕਿਰਪਾ ਦੇ ਰੂਪ 'ਚ ਲਿਆ। ਮੈਨੂੰ ਕੋਈ ਨਹੀਂ ਆ ਅੱਜ ਦੀ ਡੇਟ 'ਚ ਮੈਂ ਕਹਾਂਗਾ ਕਿ ਜਦੋਂ ਮੈਂ ਮਿਨਿਸਟਰ ਸੀ ਨਾ, ਉਦੋਂ ਮੈਂ ਜਿੱਥੇ ਜਾਂਦਾ ਸੀ ਇੰਨਾ ਕੁਝ ਕਰਾਉਣ ਤੋਂ ਬਾਅਦ ਤੇ ਮੈਨੂੰ ਕੋਈ ਕਾਰਜਕਰਤਾ ਮਿਲਣਾ, ਕੋਈ ਮਿਲਣਾ, ਜਿਸ ਤਰ੍ਹਾਂ ਤੁਸੀਂ ਗੱਲਾਂ ਕੀਤੀਆਂ ਨਾ, ਹਰ ਇੱਕ ਨੂੰ ਲੱਗਦਾ ਸੀ ਯਾਰ ਇਹ ਕੁਝ ਹੋਰ ਚਾਹੁੰਦਾ ਵਾ, ਹੋਰ ਪਤਾ ਨਹੀਂ ਕੀ ਚਾਹੁੰਦਾ ਜੀ। ਸਭ ਕੁਝ ਕਰਨ ਤੋਂ ਬਾਅਦ ਮਤਲਬ ਕੋਈ ਡਿਵੈਲਪਮੈਂਟ ਦੇ ਕੰਮ ਤੇ ਸਾਡੀ ਜ਼ਿੰਮੇਵਾਰੀ ਡਿਵੈਲਪਮੈਂਟ ਹੁੰਦੀ ਹੈ ਨਾ, ਕਿ ਮੈਂ ਕਿਸੇ ਨੂੰ ਕੋਟਾ ਥੋੜੀ ਦੇ ਸਕਦਾ। ਕੋਈ ਕਵੇ ਮੈਨੂੰ ਪਲਾਟ ਦੇ ਦੇ, ਮੈਂ ਕਿੱਥੋਂ ਦੇ ਸਕਦਾ? ਹਰ ਚੀਜ਼ ਦਾ ਕਾਨੂੰਨ ਹੈ ਨਾ। ਕੋਈ ਕਹਦੇ ਮੈਨੂੰ ਕੋਈ ਮਤਲਬ ਜਿਹੜਾ ਇੱਥੋਂ ਜਿਹੜਾ ਜ਼ਮੀਨ ਕੋਈ ਮੈਨੂੰ ਆਂਦਾ ਮੈਨੂੰ ਇੱਥੋਂ ਪਲਾਟ ਦੇ ਦੇਣ ਜੀ, ਟਾਈਮ ਨੂੰ ਕੋਈ ਆਂਦਾ, ਮੈਂ ਮੇਰੇ ਕੋਲ ਪਾਪੇ ਦਾ ਰਾਜ ਥੋੜੀ ਹੈ। ਜਿਹੜੇ ਨਾਰਾਜ਼ਗੀ ਹੋਈ ਹੈ ਇਹਨਾਂ ਦੀ ਮੈਂ ਗੱਲ ਕਰਦਾ ਹਾਂ ਕਿ ਮਤਲਬ ਇੱਕ ਚੀਜ਼ ਤੇ ਨਾ ਜਿੱਥੇ ਅਸੀਂ ਲੈ ਕੇ ਜਾਂਦੇ ਹਾਂ ਨਾ, ਉਹ ਤੇ ਇਜ਼ੀ ਆਪਣੇ ਆਪ ਲੱਗਣ ਵੀ ਇਹ ਤੇ ਹੈ ਹੀ ਆ, ਇਸ ਤੋਂ ਅੱਗੇ ਕੀ ਆ। ਇਹ ਕੁਦਰਤੀ ਤੌਰ ਦੇ ਵਿੱਚ ਜੋ ਕੋਈ ਬੰਦਾ ਪਾਵਰ 'ਚ ਹੁੰਦਾ ਤੇ ਉਹਦੇ ਆਲੇ ਦੁਆਲਾ ਇਹ ਜਿਹੜਾ ਵਾ ਸੋਚਣਾ ਸ਼ੁਰੂ ਕਰ ਦਿੰਦਾ। ਜੋ ਹੁੰਦਾ ਵਾ, ਜੋ ਇੱਜ਼ਤ ਮਾਣ, ਜੋ ਆਫਿਸਰਸ ਦੇ ਵਿੱਚ ਜੋ ਕੰਮ ਉਹਦੇ ਕਾਕਿਆਂ ਇਸ਼ਾਰੇ ਨਾਲ ਹੁੰਦੇ ਆ, ਉਹ ਥੋੜੇ ਲੱਗਣੇ ਸ਼ੁਰੂ ਹੋ ਜਾਂਦੇ ਆ। ਇਸ ਕਰਕੇ ਮਤਲਬ ਜਿਹੜਾ ਨਾ ਇਹ ਚੀਜ਼ਾਂ ਜਿਹੜੀਆਂ ਉਸ ਟਾਈਮ ਦੇ ਉੱਤੇ ਇਸ ਤਰ੍ਹਾਂ ਫੀਲ ਹੁੰਦਾ। ਤੇ ਸਵਾਲ ਦੁਹਰਾਇਆ ਮੈਂ ਉੱਥੇ ਆਵਾਂ ਦੁਬਾਰਾ, ਬਹੁਤ ਲੰਬਾ ਨਾ ਜਾਵਾਂ ਇਸ ਗੱਲ 'ਚ। ਜੀ, ਇਹੀ ਸੀ ਹਾਰ ਦਾ ਕਾਰਨ। ਤੇ ਉਹ ਜਿਹੜੀਆਂ ਚੀਜ਼ਾਂ ਵਾ ਨਾ, ਮੈਂ ਜਿਹੜੀ ਗੱਲ ਕੀਤੀ ਸੀ, ਤੇ ਉਹਦੇ ਤੋਂ ਬਾਅਦ ਜਿਹੜਾ ਵਾ ਨਾ ਅੱਜ ਦੀ ਡੇਟ ਦੇ ਵਿੱਚ ਜਦੋਂ ਮੈਂ ਸੋਚਿਆ ਮੈਂ ਆਪੋਜੀਸ਼ਨ 'ਚ ਹੈ ਨਾ, ਤੇ ਜਦੋਂ ਐਂ ਲੱਗਦਾ ਹੈ ਨਾ ਵੀ ਕੀ ਚਾਹੁੰਦਾ ਇਹ ਬੰਦਾ, ਹੋਰ ਇਹ ਕਾਰਜਕਰਤਾ ਕੀ ਚਾਹੁੰਦਾ, ਲੋਕ ਕੀ ਹੋਰ ਚਾਹੁੰਦੇ ਮੇਰੇ ਤੋਂ। ਤੇ ਉਦੋਂ ਐਂ ਲੱਗਦਾ ਸੀ ਇਹਨਾਂ ਦੇ ਮਨ 'ਚ ਕੁਝ ਹੋਰ ਸਵਾਲ ਆ। ਜਦੋਂ ਮੈਂ ਹਾਰ ਗਿਆ 6 ਮਹੀਨੇ ਬਾਅਦ ਹੀ ਮੈਨੂੰ ਵੇਖਿਆ, ਮੈਂ ਜਿੱਧਰ ਜਾਣਾ ਲੋਕਾਂ ਕਹਿਣਾ ਉਹ ਜੋ ਸਭ ਆ ਜਾਓ ਫੇਰ, ਤੇ ਬੜੀ ਧੱਕਾ ਹੋ ਗਿਆ। ਜੋ ਅਸੀਂ ਤਾਂ ਸੋਚ ਹੀ ਨਹੀਂ ਸਕਦੇ ਹਾਰ ਨਾ ਆ ਸਕਦਾ ਜੋਸ਼ੀ। ਇੰਨਾ ਕੰਮ ਕਰਨ ਤੋਂ ਬਾਅਦ ਇੱਕਦਮ ਬਗੋਚਾ ਲੱਗਣਾ ਸ਼ੁਰੂ ਹੋ ਗਿਆ ਲੋਕਾਂ ਨੂੰ। ਮੈਂ ਆਪਣੇ ਆਪ ਫੀਲ ਕਰਦਾ ਮੈਂ ਜਿੱਥੇ ਜਾਣਾ ਯਾਰ ਮੇਰੀ ਅੱਗੇ ਨਾਲੋਂ ਜ਼ਿਆਦਾ ਇੱਜ਼ਤ ਹੋ ਰਹੀ ਹੈ ਹਾਰਨ ਦੇ ਬਾਵਜੂਦ। ਲੋਕੀ ਜ਼ਿਆਦਾ ਵਧੀਆ ਤਰੀਕੇ ਨਾਲ ਮਿਲਦੇ ਪਏ ਆ, ਲੋਕੀ ਜ਼ਿਆਦਾ ਇੱਛਾ ਨਾਲ ਉਹ ਕੰਮ ਜਿਹੜਾ ਨਾ ਲੋਕਾਂ ਨੂੰ ਫਿਰ ਯਾਦ ਆਉਣਾ ਸ਼ੁਰੂ ਹੋ ਗਿਆ। ਜਿੰਨਾ ਚਿਰ ਮਤਲਬ ਜਿਹੜਾ ਚੀਜ਼ ਹੁੰਦੀ ਹੈ ਨਾ, ਜਦੋਂ ਉਹ ਚੀਜ਼ ਨਹੀਂ ਹੁੰਦੀ ਨਾ, ਉਹਦਾ ਅਹਿਸਾਸ ਹੁੰਦਾ। ਉਹ ਕੰਪੈਰੀਜ਼ਨ ਹੋ ਗਿਆ, ਕਿਉਂਕਿ ਮੇਰੇ ਤੋਂ ਪਹਿਲਾਂ ਵੀ ਸੀ। ਉਹ ਭੁੱਲ ਗਏ ਸਾਰੇ ਲੋਕੀ ਵੀ ਜਦੋਂ ਮੈਂ ਸਭ ਕੁਝ ਕੀਤਾ 10 ਸਾਲ ਮਿੰਟੋ ਮਿੰਟੀ ਫੋਨ ਕੰਮ ਸਭ ਕੁਝ ਡਿਵੈਲਪਮੈਂਟ, ਤੇ 10 ਸਾਲਾਂ 'ਚ ਸਾਰਾ ਪਿਛਲਾ ਸਮਾਂ ਆਜ਼ਾਦੀ ਦਾ ਜਿਹੜਾ ਸਮਾਂ ਹੈ ਨਾ, ਕੁਝ ਕਿਸੇ ਨੇ ਨਹੀਂ ਕੀਤਾ, ਕਿਸੇ ਨੇ ਕੰਮ ਕੀਤਾ ਨਹੀਂ ਕੀਤਾ, ਇੱਜ਼ਤ ਕਾਰਜਕਰਤਾ ਦੀ ਕੀਤੀ ਨਹੀਂ ਕੀਤੀ, ਸਭ ਕੁਝ ਭੁੱਲ ਗਿਆ। ਜਦੋਂ ਮੈਂ ਮਤਲਬ ਜਿਹੜਾ ਹਾਰ ਗਿਆ ਨਾ, ਉਹ ਮੇਰਾ ਟਾਈਮ ਸਾ ਯਾਦ ਯਾਰ ਕਿ ਨਾ ਫੋਨ ਕਰਦੇ ਅਫਸਰ ਭੱਜ ਕੇ ਆ ਜਾਂਦਾ ਸੀ। ਦੂਜੀ ਵਾਰੀ ਕੰਮ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ, ਜੋ ਉਹਨੂੰ ਕਹਿੰਦਾ ਸੀ ਉਸੇ ਵੇਲੇ ਹੋ ਜਾਂਦਾ ਸੀ। ਡਿਵੈਲਪਮੈਂਟ ਕੰਮ ਸਭ ਕੁਝ ਕਿਸੇ ਆਫਿਸਰ ਨੂੰ ਕਹਿਣਾ, ਨਿੱਜੀ ਕੰਮ ਸਭ ਕੁਝ ਹੋ ਜਾਂਦਾ ਹੈ। ਉਹ ਚੀਜ਼ ਦਾ ਜਿਹੜਾ ਨਾ ਲੋਕਾਂ ਨੂੰ ਫਿਰ ਬਗੋਚਾ ਲੱਗਣਾ ਸ਼ੁਰੂ ਹੋ ਗਿਆ। ਤੇ ਉਹ ਅੱਜ ਤੱਕ, ਅੱਜ ਤੁਸੀਂ ਮੇਰੀ ਕੌਂਸਟੀਟੂਐਂਸੀ 'ਚ ਕਿਸੇ ਬੱਚੇ ਨੂੰ ਪੁੱਛ ਲਓ ਕੀ ਚਾਹੁੰਦੇ ਜੇ, ਉਹਨਾਂ ਕਹਿਣਾ ਜੋਸ਼ੀ ਆ। ਇਸ ਕਰਕੇ ਇਹ ਚੀਜ਼ ਜਿਹੜੀ ਹੈ ਨਾ, ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਹੁਤ ਚੀਜ਼ਾਂ ਅਹਿਸਾਸ ਹੋਇਆ। ਇੱਥੇ ਸਾਡੀ ਕਮੀ ਰਹੀ, ਗਲਤੀ ਰਹੀ, ਤੇ ਮੈਂ ਕਹਾਂਗਾ ਇਹ ਵੀ ਕਿਰਪਾ ਹੀ ਹੈ ਕਿ ਜੇ ਪ੍ਰਮਾਤਮਾ ਨੇ ਮੈਨੂੰ ਇਹ ਸਮਾਂ ਵੀ ਦਿੱਤਾ ਨਾ, ਤੇ ਮੈਂ ਉਹਦੇ ਤੋਂ ਕੁਝ ਪ੍ਰਾਪਤ ਕੀਤਾ, ਸਿੱਖਿਆ, ਮੰਥਨ ਕੀਤਾ, ਇਹਦੇ ਵਿੱਚ ਪ੍ਰਾਪਤ ਕੀਤਾ, ਸਿੱਖਿਆ, ਮੰਥਨ ਕਰਨ ਦਾ ਸਮਾਂ ਸੀ। ਅੱਗੇ ਜਿਹੜਾ ਕੰਮ ਕਰਾਂਗੇ ਉਹ ਹੋਰ ਜ਼ਿਆਦਾ ਵਧੀਆ ਪੌਸ਼ ਤਰੀਕੇ ਨਾਲ, ਜ਼ਿਆਦਾ ਚੰਗੇ ਤਰੀਕੇ ਨਾਲ ਕਰਾਂਗੇ। ਜਿਹੜੀਆਂ ਗਲਤੀਆਂ ਹੋਈਆਂ ਉਹ ਨਹੀਂ ਦੁਹਰਾਵਾਂਗੇ। ਜੋਸ਼ੀ ਸਾਹਿਬ, ਆਖਰੀ ਮੈਂ ਚਾਹਾਂਗਾ ਕਿ ਕਰੋਨਾ ਦਾ ਵਕਤ ਚੱਲਦਾ ਪਿਆ, ਲੋਕ ਆਪਣੇ ਆਪਣੇ ਘਰਾਂ 'ਚ ਵੀ ਨੇ, ਕੁਝ ਜ਼ਰੂਰੀ ਕੰਮਾਂ ਵਾਸਤੇ ਆਉਂਦੇ ਵੀ ਨੇ, ਤੁਸੀਂ ਆਪਣੇ ਵੱਲੋਂ ਕੋਈ ਸੰਦੇਸ਼ ਗੁਰੂ ਨਗਰੀ ਦੀ ਜਨਤਾ ਨੂੰ ਦੇਣਾ ਚਾਹੋਗੇ? ਬਿਲਕੁਲ ਜੀ, ਬਿਲਕੁਲ। ਇਹ ਬੜੀ ਵੱਡੀ ਮਹਾਮਾਰੀ ਹੈ ਜਿਹਦੇ 'ਚ ਪੂਰਾ ਦੇਸ਼ ਜਿਹਦੇ ਤੋਂ ਆਹਤ ਆ, ਜਿਹਦਾ ਪੂਰੇ ਦੇਸ਼ ਦੀ ਇਕੋਨਮੀ ਹਿੱਲ ਗਈ ਆ। ਪੂਰੇ ਦੇਸ਼ ਜਿਹੜੇ ਆ ਸਮਝ ਲਓ ਲੋਕਡਾਊਨ ਹੋ ਕੇ ਰਹਿ ਗਏ, ਕੰਮਕਾਰ ਬੰਦ ਹੋ ਗਏ ਲੋਕਾਂ ਦੇ। ਬੜੀ ਮੁਸ਼ਕਲ, ਵੱਡੀ ਮੁਸ਼ਕਲ ਆ। ਜਿਹੜੇ ਡਿਵੈਲਪ ਦੇਸ਼ ਸੀ ਅਮਰੀਕਾ ਵਰਗੇ, ਉਹਨਾਂ ਦਾ ਵੀ ਐਡਾ ਮਾੜਾ ਹਾਲ ਹੋ ਗਿਆ ਵੀ ਉੱਥੇ ਵੀ ਸੰਭਾਲਿਆ ਨਹੀਂ ਜਾ ਰਿਹਾ। ਲੱਖਾਂ ਲੋਕ ਮਤਲਬ ਜਿਹੜੇ ਆ ਉਹ ਮਰ ਗਏ ਆ। ਮੈਂ ਹਿੰਦੁਸਤਾਨ ਦੇ ਲੋਕਾਂ ਨੂੰ, ਫਿਰ ਹੁਣ ਅੰਮ੍ਰਿਤਸਰਿਆਂ ਤੇ ਅੰਮ੍ਰਿਤਸਰ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਹਰ ਇੱਕ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ, ਸੋਸ਼ਲ ਡਿਸਟੈਂਸ ਰੱਖੋ,
ਮਾਸਕ ਪਾ ਕੇ ਰੱਖੋ। ਹੁਣ ਇਸ ਵੇਲੇ ਨਹੀਂ ਪਾਇਆ ਕਿਉਂਕਿ ਸਟੂਡੀਓ 'ਚ ਬੈਠੇ ਆ, ਅੰਦਰ ਇੰਨੀ ਕੁ ਛੋਟ ਹੁੰਦੀ ਆ, ਸਮਝ ਲਓ ਵੀ ਜਿਹੜਾ ਜਦੋਂ ਅਸੀਂ ਪਬਲਿਕ 'ਚ ਜਾਂਦੇ ਆ, ਭੀੜ 'ਚ ਜਾਂਦੇ ਆ, ਤੇ ਉਦੋਂ ਮੁਸ਼ਕਲ ਹੁੰਦੀ ਆ। ਤੇ ਅਸੀਂ ਸੈਨੀਟਾਈਜ਼ ਕਰਕੇ ਬੈਠੇ ਆਪਣੇ ਹੱਥਾਂ ਨੂੰ ਪੂਰੇ ਸਿਸਟਮ ਦੇ ਵਿੱਚ। ਜੇ ਗੱਲਬਾਤ ਕਰਨੀ ਸੀ ਤੇ ਤੁਹਾਡੇ ਨਾਲ ਰੂਬਰੂ ਹੋਣਾ ਸੀ ਲੋਕਾਂ ਦੇ ਨਾਲ, ਇਸ ਕਰਕੇ ਮੈਂ ਇਹ ਲਾਇਆ ਵਾ। ਮਾਸਕ ਮੇਰੇ ਜੇਬ 'ਚ ਆ, ਮੈਂ ਹੁਣੇ ਇੱਥੋਂ ਨਿਕਲਦੇ ਸੋਸ਼ਲ ਡਿਸਟੈਂਸ ਵੀ ਆਪਾਂ ਸੋਸ਼ਲ ਡਿਸਟੈਂਸ ਜਿਹੜਾ ਅਸੀਂ ਮੇਨਟੇਨ ਕੀਤਾ ਵਾ, ਇਸ ਤੋਂ ਜ਼ਿਆਦਾ ਮੇਨਟੇਨ ਕਰਨ ਦੀ ਉਹਨਾਂ ਨੇ ਆਪਣਾ ਮੋਦੀ ਜੀ ਤੇ ਆਂਦੇ ਆ ਵੀ 6 ਮੀਟਰ ਦੂਰ ਰਹੋ ਲੋਕਾਂ ਨਾਲ, 2 ਮੀਟਰ 6 ਫੁੱਟ ਦੂਰ ਰਹੋ। ਤੇ ਅਸੀਂ ਸੋਸ਼ਲ ਡਿਸਟੈਂਸ ਮੇਨਟੇਨ ਕਰਕੇ ਰੱਖੀਏ, ਮਾਸਕ ਪਾਈਏ। ਇਹ ਜਿਹੜਾ ਇਹਦੇ ਤੋਂ ਉੱਪਰ ਜਿਹੜਾ ਨਾ ਮੂੰਹ, ਉਹਦੇ ਤੇ ਹੱਥ ਨਹੀਂ ਲਾਉਣਾ ਜਿੰਨਾ ਚਿਰ ਚੰਗੀ ਤਰ੍ਹਾਂ ਸਾਬਣ ਨਾਲ ਧੋਣੇ ਨਹੀਂ, ਸੈਨੀਟਾਈਜ਼ਰ ਨਾਲ ਸਾਫ਼ ਨਹੀਂ ਕਰਨੇ। ਬਾਰ-ਬਾਰ ਅੱਖਾਂ ਨੂੰ ਮਲਣਾ ਜਾਂ ਮੂੰਹ 'ਚ ਹੱਥ ਪਾਉਣਾ ਜਾਂ ਨੱਕ ਨੂੰ ਛੇੜਨਾ, ਇਹ ਜਿਹੜਾ ਵਾ ਬਿਲਕੁਲ ਧਿਆਨ ਰੱਖੋ। ਇਹਦਾ ਕੰਮ ਵੀ ਮੋਦੀ ਜੀ ਨੇ ਜਿਸ ਤਰ੍ਹਾਂ ਕਿਹਾ, ਜਾਨ ਵੀ ਤੇ ਜਹਾਨ ਵੀ। ਇਹ ਤੇ ਮੈਂ ਨਾ ਕਿ ਸ਼੍ਰੀ ਨਰਿੰਦਰ ਮੋਦੀ ਜੀ ਅੱਜ ਪ੍ਰਧਾਨ ਮੰਤਰੀ ਆ ਇਸ ਮਹਾਂਮਾਰੀ 'ਚ, ਇਸ ਕਰਕੇ ਹਿੰਦੁਸਤਾਨ ਦੀ ਕਿਸਮਤ ਚੰਗੀ ਆ, ਇਹ ਕੰਟਰੋਲ 'ਚ ਆ, ਇਹ ਸਾਂਭਿਆ ਗਿਆ। ਅੱਜ ਜੇ ਖੁੱਲ੍ਹ ਵੀ ਰਿਹਾ ਤੇ ਜਿਹੜਾ ਟਾਈਮ ਲੋਕਡਾਊਨ ਦਾ ਦਿੱਤਾ ਸੀ ਉਹਨਾਂ, ਕਰਫਿਊ ਦਾ, ਲੋਕਡਾਊਨ ਦਾ, ਉਹਦੇ 'ਚ ਤਿਆਰੀਆਂ ਕਰ ਲਈਆਂ ਸਰਕਾਰਾਂ ਨੇ, ਉਹ 'ਚ ਅਵੇਅਰ ਕਰ ਲਿਆ ਲੋਕਾਂ ਨੂੰ, ਉਹਦੇ 'ਚ ਲੋਕਾਂ ਨੂੰ ਇਸ ਮੁਹਿੰਮ ਦੇ ਵਿੱਚ ਸ਼ਾਮਲ ਕਰ ਲਿਆ। ਭਾਵੇਂ ਉਹ ਤਾੜੀਆਂ ਵਜਾ ਕੇ, ਭਾਵੇਂ ਦੀਪ ਜਗਾ ਕੇ, ਭਾਵੇਂ ਮਤਲਬ ਕਰੋਨਾ ਵਾਰੀਅਰਸ ਦਾ ਸਤਿਕਾਰ ਕਰਕੇ, ਤੇ ਲੋਕਾਂ ਨੂੰ ਇਸ ਪੂਰੇ ਅਭਿਆਨ 'ਚ, ਕੱਲੀਆਂ ਅੱਗੇ ਤੇ ਮਹਾਂਮਾਰੀਆਂ 'ਚ ਸਰਕਾਰਾਂ ਹੀ ਲੜਦੀਆਂ ਸੀ, ਇਹ ਪਹਿਲੀ ਵਾਰੀਆਂ ਮੋਦੀ ਜੀ ਨੇ ਸਾਰੇ ਦੇਸ਼ ਨੂੰ ਇਹਦੇ ਸ਼ਾਮਲ ਕੀਤਾ ਇਸ ਮਹਾਂਮਾਰੀ ਨਾਲ ਲੜਨ ਵਾਸਤੇ। ਤੇ ਤੁਸੀਂ ਸਭ ਨੇ ਬਹੁਤ ਸਮੇਂ, ਇੰਨਾ ਸਮਾਂ ਜਿਹੜਾ ਵਾ ਬੜੀ ਪੇਸ਼ੈਂਸ ਦੇ ਨਾਲ ਘਰਾਂ 'ਚ ਲੋਕ ਰਹਿ ਕੇ ਲੰਘਾਇਆ, ਆਪਣੇ ਆਪ ਨੂੰ ਬਚਾਇਆ। ਤੁਹਾਡੇ ਪਰਿਵਾਰ ਨੂੰ ਜ਼ਰੂਰਤ ਹੈ, ਅਸੀਂ ਬਾਹਰੋਂ ਜਾਣਾ ਜਦੋਂ ਆਪਣੇ ਪਰਿਵਾਰ 'ਚ, ਤੇ ਕੋਈ ਇਹੋ ਜਿਹੀ ਅਸੀਂ ਵਾਇਰਸ ਨਾ ਲੈ ਕੇ ਜਾਈਏ ਨਾਲ, ਜਿਹਦੇ ਨਾਲ ਘਰ ਦੇ ਵਿੱਚ ਬੱਚਿਆਂ, ਬਜ਼ੁਰਗਾਂ ਜਾਂ ਬਾਕੀ ਪਰਿਵਾਰ ਨੂੰ ਮੁਸ਼ਕਲ ਹੋਵੇ। ਇਸ ਕਰਕੇ ਧਿਆਨ ਰੱਖੋ ਆਪਣਾ, ਬਾਰ-ਬਾਰ ਹੱਥ ਸੈਨੀਟਾਈਜ਼ ਕਰੋ, ਸਾਬਣ ਨਾਲ ਧੋ, ਫੇਸ ਮਾਸਕ ਯੂਜ਼ ਕਰੋ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ। ਇਹੀ ਮੈਂ ਕਹਿਣਾ ਚਾਹੂੰਗਾ ਕਿਉਂਕਿ ਤੁਹਾਨੂੰ, ਤੁਹਾਡੇ ਪਰਿਵਾਰ ਨੂੰ, ਦੇਸ਼ ਨੂੰ, ਤੁਹਾਡੇ ਵਪਾਰ ਨੂੰ, ਸਭ ਨੂੰ ਤੁਹਾਡੀ ਜ਼ਰੂਰਤ ਆ। ਤੇ ਇਸ ਕਰਕੇ ਇਹ ਮੈਂ ਬੇਨਤੀ ਜ਼ਰੂਰ ਕਰਦਾ। ਜੋਸ਼ੀ ਸਾਹਿਬ, ਤੁਸੀਂ ਸਾਡੇ ਸਟੂਡੀਓ 'ਚ ਆਪਣਾ ਕੀਮਤੀ ਸਮੇਂ ਕੱਢ ਕੇ ਆਏ ਹੋ। ਮੈਂ ਆਪਣੇ ਵੱਲੋਂ, ਆਪਣੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਬਹੁਤ-ਬਹੁਤ ਮਿਹਰਬਾਨੀ। ਤੁਸੀਂ, ਮੈਂ ਤੁਹਾਡੇ ਕੋਲ ਆ ਕੇ ਮੈਨੂੰ ਬੜਾ ਆਨੰਦ ਆਇਆ। ਮੈਂ ਫਿਰੋਜ਼ਪੁਰ ਜਾਣਾ, ਤੁਹਾਡੇ ਕੋਲ ਬੈਠਾ ਇੱਥੇ ਜੀ। ਧੰਨਵਾਦ ਦੋਸਤੋ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਐਕਸਪ੍ਰੈਸ ਹਾਈਵੇ ਦੇ ਉੱਤੇ ਇੱਕ ਖੁਲਾਸੇ ਕੀਤਾ ਜੋਸ਼ੀ ਸਾਹਿਬ ਨੇ, ਕਿਉਂਕਿ ਉਦੋਂ ਮੀਟਿੰਗ 'ਚ ਕੱਲ੍ਹ ਉੱਥੇ ਮੌਜੂਦ ਸੀ। ਜਿਹੜੀ ਅਫਵਾਹਾਂ ਸੀ ਉਹ ਖਤਮ ਹੋ ਗਈਆਂ। ਠੀਕ ਹੈ, ਉਹਨਾਂ ਨੇ ਨਾਲ ਇਹ ਵੀ ਕਿਹਾ ਕੁਛ ਅਧੂਰੀ ਜਾਣਕਾਰੀ ਨਾਲ ਕੁਛ ਰਾਜਨੇਤਾ ਬਿਆਨਬਾਜ਼ੀ ਕਰਦੇ ਰਹੇ ਨੇ, ਲੇਕਿਨ ਪੂਰੀ ਜਾਣਕਾਰੀ ਨਾਲ ਜੋ ਅੱਜ ਜੋਸ਼ੀ ਸਾਹਿਬ ਨੇ ਤੁਹਾਨੂੰ ਦੱਸਿਆ, ਉਸ ਤੋਂ ਬਾਅਦ ਉਹਨਾਂ ਨੇ ਨਿਯਮਾਂ ਦਾ ਪਾਲਣ ਕਰਨ ਵਾਸਤੇ ਵੀ ਕਿਹਾ ਔਰ ਆਪਣੇ ਰਾਜਨੀਤਿਕ ਸਫ਼ਰ ਬਾਰੇ ਵੀ ਡਿਟੇਲ 'ਚ ਦੱਸਿਆ। ਮੈਂ ਰਾਜੇਸ਼ ਅਰੋੜਾ, ਪ੍ਰੋਗਰਾਮ ਆਓ ਕੁਛ ਬਾਤ ਕਰੇ 'ਚ ਇੱਕ ਨਵੀਂ ਸ਼ਖਸੀਅਤ ਦੇ ਨਾਲ ਜਲਦੀ ਮਿਲਾਂਗਾ। ਤਦ ਤੱਕ ਲਈ ਇਜਾਜ਼ਤ ਦਿਓ। ਨਮਸਕਾਰ।